ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਐਸਚਨ ਫੀਡ ਦੇ 5ਵੇਂ ਸੈਸ਼ਨ ਦੇ ਵਿੱਚ ਆਪ ਜੀ ਸਾਰਿਆਂ ਦਾ ਸਵਾਗਤ ਹੈ ਜੀ। ਸਾਡੇ ਨਾਲ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ, ਭਾਈ ਸਾਹਿਬ ਜੀ ਜਸਪ੍ਰੀਤ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਰੇਸਕੋਰਸ ਗੁਰਦੁਆਰਾ ਦੇਹਰਾਦੂਨ, ਉਹ ਜੁੜ ਗਏ ਨੇ। ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ, ਕਿਉਂਕਿ ਕੁਐਸਚਨ ਫੀਡ ਜੋ ਸੰਗਤ ਤਰਫੋਂ ਹੋਰ ਆਪ ਜੀ ਦੇ ਕੁਐਸਚਨ ਸਾਡੇ ਕੋਲ ਆਉਂਦੇ ਨੇ, ਉਹਦੇ ਵਿੱਚੋਂ ਅਸੀਂ ਕੁਝ ਚੁਣਿੰਦਾ ਕੁਐਸਚਨਸ ਭਾਈ ਸਾਹਿਬ ਜੀ ਨਾਲ ਵਿਚਾਰ ਕਰਦੇ ਹਾਂ। ਮੈਂ ਜ਼ਿਆਦਾ ਸਮਾਂ ਖਰਾਬ ਨਾ ਕਰਦਾ ਹੋਇਆ ਭਾਈ ਸਾਹਿਬ ਜੀ ਨੂੰ ਸਕਰੀਨ ਤੇ ਜੋੜਨਾ ਜੀ। ਭਾਈ ਸਾਹਿਬ ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਹਰ ਵਾਰ ਆਪ ਜੀ ਸਾਨੂੰ ਸਮਾਂ ਦਿੰਦੇ ਹੋ ਔਰ ਬਹੁਤ ਹੀ ਲਾਭਦਾਇਕ ਸੈਸ਼ਨ ਸਾਡੇ ਆਪ ਜੀ ਦੇ ਨਾਲ ਹੁੰਦੇ ਨੇ। ਅੱਜ ਵੀ ਕਾਫੀ ਕੁਐਸਚਨ ਸੰਗਤ ਦੇ ਆਏ ਹੋਏ ਨੇ, ਜੋ ਕੁਝ ਕੁਐਸਚਨਸ ਆਪ ਜੀ ਦੇ ਨਾਲ ਅਸੀਂ ਟੇਕਅਪ ਕਰਾਂਗੇ ਜੀ। ਜੀ ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ ਜੋ ਸੰਗਤ ਦੀ ਤਰਫੋਂ ਆਇਆ ਹੈ ਜੀ, ਉਹ ਹੈ ਵਾਟ ਇਜ਼ ਦੀ ਪਰਪਸ ਆਫ ਗੋਇੰਗ ਟੂ ਗੁਰਦੁਆਰਾ ਐਂਡ ਵਾਈ ਸ਼ੁਡ ਵੀ ਵਿਜ਼ਿਟ ਗੁਰਦੁਆਰਾ ਐਵਰੀ ਡੇ। ਸਾਨੂੰ ਗੁਰਦੁਆਰੇ ਕਿਉਂ ਜਾਣਾ ਚਾਹੀਦਾ ਹੈ, ਸਾਡਾ ਮਕਸਦ ਗੁਰਦੁਆਰੇ ਜਾਣ ਦਾ ਕੀ ਹੈ ਤੇ ਕਿਉਂ ਸਾਨੂੰ ਰੋਜ਼ ਗੁਰਦੁਆਰੇ ਜਾਣਾ ਚਾਹੀਦਾ, ਇਹ ਸਵਾਲ ਆਇਆ ਹੈ ਜੀ। ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਖ ਧਰਮ ਦੇ ਵਿੱਚ ਗੁਰਦੁਆਰੇ ਦਾ ਜਿਹੜਾ ਮਹੱਤਵ ਹੈ ਉਹ ਇੰਜ ਹੀ ਹੈ ਕਿ ਜਿਵੇਂ ਸਾਡੇ ਜੀਵਨ ਦੇ ਵਿੱਚ ਬਾਕੀ ਜ਼ਰੂਰੀ ਕਰਮ ਅਸੀਂ ਕਰਦੇ ਹਾਂ, ਜਿਵੇਂ ਬੱਚੇ ਨੂੰ ਅਸੀਂ ਸਕੂਲ ਭੇਜਦੇ ਹਾਂ ਪੜ੍ਹਨ ਵਾਸਤੇ, ਅਸੀਂ ਆਪਣੀ ਕਿਰਤ ਕਰਨ ਵਾਸਤੇ ਆਪਣੀ ਦੁਕਾਨ ਤੇ ਆਪਣੀ ਨੌਕਰੀ ਤੇ ਆਦਿ ਤੇ ਜਾਂਦੇ ਹਾਂ। ਇਸੇ ਤਰੀਕੇ ਦੇ ਨਾਲ ਅਧਿਆਤਮਿਕ ਸਫ਼ਰ ਨੂੰ ਉਹਦੀ ਮੰਜ਼ਿਲ ਤੱਕ ਪਹੁੰਚਾਉਣ ਵਾਸਤੇ ਸਾਨੂੰ ਗੁਰੂ ਦੇ ਦਰ ਦਾ ਆਸਰਾ ਲੈਣਾ ਪਵੇਗਾ। ਜੋ ਪਰਪਸ ਹੈ ਗੁਰਦੁਆਰੇ ਜਾਣ ਦਾ ਉਹ ਬੜਾ ਸਿੰਪਲ ਹੈ ਕਿ ਅਸੀਂ ਆਪਣੇ ਜੀਵਨ ਮਨੋਰਥ ਨੂੰ ਗੁਰੂ ਦੇ ਦਰਸਾਈ ਹੋਈ ਸਿੱਖਿਆ ਦੇ ਅਨੁਸਾਰ ਅਪਣਾ ਕੇ ਆਪਣੇ ਜੀਵਨ ਮਨੋਰਥ ਨੂੰ ਅਸੀਂ ਪ੍ਰਾਪਤ ਕਰ ਸਕੀਏ, ਕਾਮਯਾਬ ਕਰ ਸਕੀਏ। ਸਭ ਤੋਂ ਪਹਿਲੇ ਮੈਂ ਇੱਕ ਛੋਟਾ ਜਿਹਾ ਇੱਥੇ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਗੁਰਦੁਆਰੇ ਦਾ ਅਰਥ ਵੀ ਨਾਲ, ਕਿਉਂਕਿ ਬਹੁਤ ਜ਼ਰੂਰੀ ਹੈ। ਗੁਰੂਦੁਆਰਾ ਇਹ ਦੋ ਸ਼ਬਦਾਂ ਤੋਂ ਬਣਿਆ ਹੈ, ਗੁਰੂ ਤੇ ਦੁਆਰਾ, ਭਾਵ ਕਿ ਗੁਰੂ ਦਾ ਦਰ। ਦਰ ਦਾ ਮਤਲਬ ਹੈ ਦਰਵਾਜ਼ਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਸਾਨੂੰ ਐਸੇ ਸੰਕੇਤ ਮਿਲਣਗੇ ਕਿ ਗੁਰਦੁਆਰੇ ਕਿਉਂ ਜਾਣਾ ਹੈ ਅਸਾਨੇ। ਇੱਕ ਸ਼ਬਦ ਤੇ ਧੰਨ ਗੁਰੂ ਨਾਨਕ ਦੇਵ ਜੀ ਦਾ ਹੀ ਹੈ, ਜਿਸ ਵਿੱਚ ਸਤਿਗੁਰੂ ਜੀ ਸੂਹੀ ਰਾਗ ਵਿੱਚ ਇਹ ਬਚਨ ਕਰਦੇ ਹਨ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਕਿ ਉਹ ਸੋਝੀ, ਜਿਸ ਸੋਝੀ ਨੂੰ ਪ੍ਰਾਪਤ ਕਰਕੇ ਸਾਨੂੰ ਰੱਬ ਦੀ ਸਮਝ ਆ ਜਾਵੇ, ਆਪਣੀ ਜੀਵਨ ਦੀ ਸਮਝ ਆ ਜਾਵੇ, ਜੀਵਨ ਦੇ ਮਨੋਰਥ ਦੀ ਸਮਝ ਆ ਜਾਵੇ, ਸ਼ੁਭ ਗੁਣਾਂ ਦੀ ਸਮਝ ਆ ਜਾਵੇ, ਉਸ ਸੋਝੀ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਗੁਰਦੁਆਰੇ ਜਾਣਾ ਹੈ। ਫਿਰ ਪ੍ਰਸ਼ਨ ਅਗਲਾ ਹਿੱਸਾ ਹੈ ਕਿ ਸਾਨੂੰ ਰੋਜ਼ ਗੁਰਦੁਆਰੇ ਕਿਉਂ ਜਾਣਾ ਚਾਹੀਦਾ ਹੈ। ਜਿਵੇਂ ਪੜ੍ਹਾਈ ਕਰਨ ਵਾਸਤੇ ਸਾਨੂੰ ਰੋਜ਼ ਟੀਚਰ ਕੋਲ ਜਾਣਾ ਪੈਂਦਾ ਹੈ, ਸਕੂਲ ਜਾਣਾ ਪੈਂਦਾ ਹੈ, ਇਸੇ ਤਰ੍ਹਾਂ ਸਾਨੂੰ ਰੋਜ਼ ਗੁਰਦੁਆਰੇ ਜਾਣਾ ਚਾਹੀਦਾ ਹੈ, ਕਿਉਂਕਿ ਗੁਰਦੁਆਰੇ ਵਿੱਚ ਜਾ ਕੇ ਰੋਜ਼ ਅਸੀਂ ਕੁਝ ਨਾ ਕੁਝ ਨਵਾਂ ਸਿੱਖਾਂਗੇ, ਸਾਨੂੰ ਕੁਝ ਸਿੱਖਣ ਵਾਸਤੇ ਮਿਲੇਗਾ, ਜੋ ਕਿ ਸਾਡੇ ਆਤਮਿਕ ਜੀਵਨ ਦੇ ਵਿੱਚ, ਸਾਡੇ ਅਧਿਆਤਮਿਕ ਜੀਵਨ ਦੇ ਵਾਸਤੇ ਬਹੁਤ ਜ਼ਿਆਦਾ ਲਾਹੇਵੰਦ ਹੋਵੇਗਾ। ਦੂਸਰਾ ਪੱਖ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ ਕਿ ਗੁਰਦੁਆਰਾ, ਇਹ ਗੱਲ ਸਮਝਣ ਵਾਲੀ ਹੈ ਕਿ ਕੇਵਲ ਕਿਸੇ ਇਮਾਰਤ ਦਾ ਨਾਮ ਨਹੀਂ ਕਿ ਇੱਕ ਬਿਲਡਿੰਗ ਤਿਆਰ ਕਰ ਦਿੱਤੀ ਤੇ ਉਹਨੂੰ ਅਸੀਂ ਗੁਰਦੁਆਰਾ ਕਹਿਣ ਲੱਗ ਪਏ, ਨਹੀਂ। ਗੁਰਦੁਆਰਾ ਇੱਕ ਇੰਸਟੀਟਿਊਸ਼ਨ ਹੈ, ਜਿਸ ਇੰਸਟੀਟਿਊਸ਼ਨ ਨੂੰ ਧੰਨ ਗੁਰੂ ਨਾਨਕ ਦੇਵ ਜੀ ਨੇ ਸਥਾਪਿਤ ਕੀਤਾ ਸੀ। ਇੱਕ ਵੱਖਰੀ ਗੱਲ ਹੈ ਕਿ ਪਹਿਲੇ ਗੁਰਦੁਆਰੇ ਦਾ ਨਾਮ ਧਰਮਸਾਲ ਸੀ। ਬਹੁਤ ਸਮੇਂ ਤੱਕ ਗੁਰੂ ਨਾਨਕ ਸਾਹਿਬ ਜੀ ਤੇ ਸਮੇਂ ਤੋਂ ਲੈ ਕੇ ਅਗਲੇ ਕਈ ਜਾਮਿਆਂ ਤੱਕ, ਬਲਕਿ 5ਵੇਂ ਪਾਤਸ਼ਾਹ ਜੀ ਤੱਕ ਗੁਰਦੁਆਰੇ ਦਾ ਨਾਮ ਧਰਮਸਾਲ ਸੀ। ਇਤਿਹਾਸ 'ਚ ਕਿਧਰੇ ਸੰਕੇਤ ਵੀ ਮਿਲਦਾ ਹੈ ਕਿ 6ਵੇਂ ਪਾਤਸ਼ਾਹ ਜੀ ਦੇ ਵੇਲੇ ਗੁਰਦੁਆਰਾ ਸ਼ਬਦ ਹੋਂਦ ਵਿੱਚ ਆਇਆ, ਪ੍ਰਚਲਿਤ ਹੋ ਗਿਆ। ਤੇ ਗੁਰਦੁਆਰਾ ਮਹਿਜ਼ ਇੱਕ ਇਮਾਰਤ ਦਾ ਨਾਮ ਨਹੀਂ, ਜਾਂ ਲੋਕਾਂ ਦੇ ਕਿਸੇ ਇਕੱਠ ਦਾ ਨਾਮ ਨਹੀਂ ਜਿੱਥੇ 10, 50, 100 ਲੋਕ ਇਕੱਠੇ ਹੋ ਜਾਣ। ਗੁਰਦੁਆਰਾ ਬੇਸਿਕਲੀ ਇੱਕ ਇੰਸਟੀਟਿਊਸ਼ਨ ਹੈ। ਉਹ ਇੰਸਟੀਟਿਊਸ਼ਨ
ਜਿੱਥੋਂ ਸਾਨੂੰ ਦੁਨਿਆਵੀ ਵਿਦਿਆ ਵੀ ਮਿਲੇ, ਜਿੱਥੋਂ ਸਾਨੂੰ ਅਧਿਆਤਮਕ ਵਿਦਿਆ ਵੀ ਮਿਲੇ, ਜਿੱਥੋਂ ਸਾਡੀ ਹਰੇਕ ਜ਼ਰੂਰਤ ਪੂਰੀ ਹੋਵੇ, ਉਹ ਤਨ ਦੀ ਹੋਵੇ, ਮਨ ਦੀ ਹੋਵੇ ਜਾਂ ਆਤਮਾ ਦੀ ਹੋਵੇ। ਇਸੇ ਕਰਕੇ ਅਸੀਂ ਵੇਖਾਂਗੇ ਕਿ ਹਰੇਕ ਗੁਰਦੁਆਰੇ ਦੇ ਵਿੱਚ ਜਿੱਥੇ ਮਨ ਦੀ ਖੁਰਾਕ ਕਥਾ ਕੀਰਤਨ ਗੁਰਬਾਣੀ ਹੈ, ਉੱਥੇ ਤਨ ਦੀ ਖੁਰਾਕ ਨੂੰ ਵੀ ਸਤਿਗੁਰੂ ਜੀ ਨੇ ਗੁਰਦੁਆਰਿਆਂ ਨਾਲ ਜੋੜਿਆ, ਜਿਹੜੀ ਸਾਡੀ ਲੰਗਰ ਇੰਸਟੀਟਿਊਸ਼ਨ ਹੈ, ਜਿਹਦੇ ਵਿੱਚ ਅਸੀਂ ਪ੍ਰਸ਼ਾਦਾ ਛਕ ਸਕਦੇ ਹਾਂ ਔਰ ਬਿਨਾਂ ਕਿਸੇ ਵਿਤਕਰੇ ਦੇ ਹਰੇਕ ਲੋੜਵੰਦ ਨੂੰ ਉੱਥੋਂ ਪ੍ਰਸ਼ਾਦਾ ਉਪਲਬਧ ਹੋ ਸਕਦਾ ਹੈ। ਇਹਦੇ ਨਾਲ ਨਾਲ ਸਤਿਗੁਰੂ ਜੀ ਨੇ ਗੁਰਦੁਆਰੇ ਦੇ ਨਾਲ ਨਾਲ ਸਰਾਵਾਂ ਵੀ ਬਣਾਈਆਂ, ਗੁਰਦੁਆਰੇ ਦੇ ਨਾਲ ਨਾਲ ਸਤਿਗੁਰੂ ਜੀ ਨੇ ਦਵਾਖਾਨੇ ਵੀ ਬਣਾਏ। ਗੁਰਦੁਆਰੇ ਦੇ ਵਿੱਚ ਹੀ ਸਤਿਗੁਰੂ ਜੀ, ਖਡੂਰ ਸਾਹਿਬ ਦੀ ਅਗਰ ਸਾਖੀ ਪੜਾਂਗੇ, ਗੁਰੂ ਅੰਗਦ ਦੇਵ ਜੀ ਆਪ ਬੱਚਿਆਂ ਨੂੰ ਗੁਰਮੁਖੀ ਪੜਾਉਂਦੇ ਸਨ। ਮੱਲ ਅਖਾੜੇ ਤੱਕ ਸਤਿਗੁਰੂ ਜੀ ਨੇ ਗੁਰਦੁਆਰਿਆਂ ਦੇ ਨਾਲ ਜੋੜ ਦਿੱਤੇ। ਭਾਵ ਸ਼ਸਤਰ ਤੇ ਸ਼ਾਸਤਰ ਵਿਦਿਆ, ਤਨ ਅਤੇ ਮਨ ਅਤੇ ਆਤਮਾ ਦੀ ਖੁਰਾਕ ਸਭ ਕੁਝ ਸਾਨੂੰ ਗੁਰਦੁਆਰੇ ਤੋਂ ਹੀ ਪ੍ਰਾਪਤ ਹੁੰਦਾ ਹੈ। ਇਸ ਕਰਕੇ ਗੁਰਦੁਆਰੇ ਸਾਨੂੰ ਰੋਜ਼ ਜਾਣਾ ਚਾਹੀਦਾ ਹੈ ਕਿ ਤਾਂ ਕਿ ਸਾਡੀ ਸਰਵ ਪੱਖੀ ਜਿਹੜੀ ਉન્નਤੀ ਹੈ ਉਹ ਗੁਰਦੁਆਰੇ ਜਾ ਕੇ ਹੋ ਸਕੇ ਜੀ। ਕੀ ਬਾਤ ਹੈ ਵੀਰ ਜੀ। ਗੁਰਬਾਣੀ ਵਿੱਚ ਵੀ ਮਹਾਰਾਜ ਕਹਿੰਦੇ ਨੇ, ਸੱਚ ਸਾਲਾ ਹੀ ਧਨ ਗੁਰਦੁਆਰ, ਨਾਨਕ ਦਰ ਘਰ ਏਕੰਕਾਰ। Blessed is that Gurdwara, the Guru's gate, where the praises of the true Lord are sung. O Nanak, the one Creator Lord is pervading earth and home. ਗੁਰਦੁਆਰੇ ਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਲਗਾਇਆ। ਈਵਨ ਕਿ ਭਾਈ ਗੁਰਦਾਸ ਜੀ ਬੜੇ ਸੋਹਣੇ ਤਰੀਕੇ ਨਾਲ ਸਾਨੂੰ ਕਹਿੰਦੇ ਨੇ, ਗੁਰਸਿੱਖੀ ਦਾ ਦੇਖਣਾ ਗੁਰਮੁਖ ਸਾਧ ਸੰਗਤ ਗੁਰਦੁਆਰਾ। ਕਿ ਤੁਸੀਂ ਸਿੱਖ ਦਾ ਜੀਵਨ ਦੇਖਣਾ ਹੈ ਤੇ ਤੁਸੀਂ ਗੁਰਦੁਆਰੇ ਵਿੱਚ ਸਿੱਖ ਦੀ ਤਾਂ ਦੇਖੋ ਕਿ ਉਹ ਕੀ ਕਰਦਾ ਹੈ। ਤੇ ਇਹ ਸਾਡੇ ਲਈ ਬਹੁਤ ਇੰਪੋਰਟੈਂਟ ਹੈ। ਬਹੁਤ ਹੀ ਅੱਛੇ ਤਰੀਕੇ ਨਾਲ ਵੀਰ ਜੀ ਆਪ ਜੀ ਨੇ ਇਸ ਸਵਾਲ ਨੂੰ ਦੇ ਰੋਸ਼ਨੀ ਪਾਈ ਹੈ। ਦੂਜਾ ਸਵਾਲ ਜੋ ਵੀਰ ਜੀ ਸੰਗਤ ਵੱਲੋਂ ਅੱਜ ਆਇਆ ਹੈ, ਉਹ ਕਹਿੰਦੇ ਨੇ, what is the real sense of ਗੁਰੂ ਦਰਸ਼ਨ, how we can get ਦਰਸ਼ਨ of our ਗੁਰੂ। ਕਿ ਸਹੀ ਮਾਇਨੇ ਵਿੱਚ ਗੁਰੂ ਦੇ ਦਰਸ਼ਨ ਨੂੰ, ਉਹ ਦਰਸ਼ਨ ਕੀ ਹੈ ਤੇ ਸਾਨੂੰ ਦਰਸ਼ਨ ਕਿਵੇਂ ਪ੍ਰਾਪਤ ਹੋ ਸਕਦੇ ਨੇ। ਦਰਸ਼ਨ, ਠੀਕ ਹੈ। ਜਦੋਂ ਅਸੀਂ ਮਹਾਨ ਕੋਸ਼ ਜਾਂ ਹੋਰ ਕੋਸ਼ ਪੜਾਂਗੇ ਤੇ ਕੋਸ਼ਾਂ ਦੇ ਵਿੱਚ ਦਰਸ਼ਨ ਦਾ ਅਰਥ ਕੀਤਾ ਗਿਆ ਦੀਦਾਰ। ਦੀਦ ਸ਼ਬਦ ਜੋ ਹੈ ਇਹ ਅਰਬੀ ਫਾਰਸੀ ਤੋਂ ਆਇਆ, ਜਿਹਦਾ ਅਰਥ ਹੈ ਵੇਖਣਾ, ਕੋਈ ਦ੍ਰਿਸ਼ ਵੇਖਣਾ, ਦੀਦ ਕਰਨਾ। ਤੇ ਦੀਦਾਰ ਇਹਦਾ ਭਾਵ ਹੀ ਹੈ ਦਰਸ਼ਨ। ਵੈਸੇ ਚਲੋ ਦਰਸ਼ਨ ਜੋ ਹੈ ਉਂਝ ਭਾਰਤ ਦੀ ਜੋ ਪੁਰਾਣੀ ਵਿਚਾਰਧਾਰਾ ਉਹਦੇ ਵਿੱਚ ਸ਼ਾਸਤਰਾਂ ਨੂੰ ਵੀ ਕਿਹਾ ਗਿਆ ਹੈ। ਖੱਟ ਦਰਸ਼ਨ ਬਾਣੀ 'ਚ ਕਿਤਨੀ ਵਾਰ ਆਉਂਦਾ ਹੈ। ਪਰ ਕਿਉਂਕਿ ਦਰਸ਼ਨ ਜੋ ਸ਼ਬਦ ਆਪ ਜੀ ਵਰਤ ਰਹੇ ਹੋ, ਅੱਖਾਂ ਦੇ ਨਾਲ ਵੇਖਣ ਦੀ ਜਿਹੜੀ ਕਿਰਿਆ ਹੈ ਉਹਨੂੰ ਕਹਿੰਦੇ ਹਾਂ। ਤੇ ਦਰਸ਼ਨ ਦਾ ਸਿੰਪਲ ਜਿਹਾ ਅਰਥ ਤੇ ਇਹ ਹੈ ਕਿ ਦੀਦਾਰ ਕਰਨਾ, ਵੇਖਣਾ। ਹੁਣ ਵੇਖਣਾ ਕਿਹਨੂੰ ਹੈ? ਵੇਖਣਾ ਹੈ ਗੁਰੂ ਨੂੰ। ਤੇ ਸਵਾਲ ਪੈਦਾ ਹੋਏਗਾ, ਗੁਰੂ ਕੌਣ ਹੈ? ਜੇ ਅਸੀਂ ਇੱਕ ਪਾਸੇ ਆਖਦੇ ਹਾਂ ਵੀ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਬਾਣੀ ਨੂੰ ਗੁਰੂ ਕਿਹਾ ਗਿਆ, ਜਾਂ ਦੂਸਰੇ ਪਾਸੇ ਕਹਿੰਦੇ ਨੇ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਤੇ ਇੱਕ ਨੈਚੁਰਲ ਗੱਲ ਹੈ ਕਿ ਸ਼ਬਦ ਨੂੰ ਜਾਂ ਬਾਣੀ ਨੂੰ, ਠੀਕ ਹੈ, ਬਾਣੀ ਦੇ ਅੱਖਰਾਂ ਨੂੰ ਅਸੀਂ ਬੈਰੂਨੀ ਤੌਰ ਤੇ ਵੇਖ ਸਕਦੇ ਹਾਂ, ਪਰ ਗੁਰਬਾਣੀ ਦੀ ਵਿਚਾਰ ਕਰਨੀ, ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਨੂੰ ਗਾਣਾ ਔਰ ਗੁਰਬਾਣੀ ਦੇ ਅਨੁਸਾਰ ਜੀਵਨ ਜਿਉਣਾ ਔਰ ਉਹਦੇ ਜੀਵਨ ਜਾਚ ਨੂੰ ਅਪਣਾਉਣ ਤੋਂ ਬਾਅਦ ਜਿਉਂ-ਜਿਉਂ ਸਾਡੇ ਅੰਦਰ ਰੱਬ ਦੇ ਗੁਣ ਆਣੇ ਸ਼ੁਰੂ ਹੋ ਜਾਣਗੇ, ਅਸੀਂ ਆਖ ਦਿਆਂਗੇ ਸਾਡੇ ਅੰਦਰ ਹੀ ਰੱਬ ਪ੍ਰਗਟ ਹੋ ਗਿਆ ਹੈ। ਸਾਨੂੰ ਸਾਡੇ ਅੰਦਰ ਹੀ ਪਰਮਾਤਮਾ ਪ੍ਰਗਟ ਹੋ ਰਿਹਾ, ਉਹਦੇ ਦਰਸ਼ਨ ਸਾਨੂੰ ਆਪਣੇ ਵਿੱਚ ਹੀ ਹੋਣਗੇ। ਉਂਝ ਇਹਦਾ ਦੂਸਰਾ ਪੱਖ ਇਹ ਵੀ ਸਾਡੇ ਸਿੱਖ ਸਮਾਜ ਵਿੱਚ ਆਉਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਰੋਜ਼ ਸਿੱਖ ਨੇ ਕਰਦੇ ਹਨ। ਰਹਿਤ ਮਰਿਆਦਾ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਆਵਾਜ਼ਾ ਵੀ ਸਿੱਖ ਨੇ, ਭਾਵ ਹੁਕਮ ਵੀ ਰੋਜ਼ ਲੈਣਾ ਹੈ, ਗੁਰਬਾਣੀ ਵੀ ਰੋਜ਼ ਪੜ੍ਹਨੀ ਹੈ, ਸਹਿਜ ਪਾਠ ਵੀ ਕਰਨਾ ਹੈ। ਤੇ ਇੱਕ ਤੇ ਦੀਦਾਰ ਇਹ ਹਨ, ਜਦੋਂ ਸਿੱਖ ਆਪਣੇ ਘਰੋਂ ਗੁਰਦੁਆਰੇ ਦੇ ਵਿੱਚ ਆਇਆ ਤੇ ਗੁਰਦੁਆਰੇ ਦੇ ਵਿੱਚ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸਵਰੂਪ ਦੇ ਦੀਦਾਰ ਕੀਤੇ। ਇਹ ਬਾਹਰਲੇ ਦੀਦਾਰ ਸਨ ਜਿਹੜੇ ਉਹਨੂੰ ਹੋਏ। ਉਹਨੇ ਕੀ ਵੇਖਿਆ? ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਬਾਹਰੋਂ ਵੇਖ ਲਿਆ। ਤੇ ਬਹੁਤੇ ਲੋਕ ਬਸ ਇਸੇ ਨੂੰ ਹੀ ਦਰਸ਼ਨ ਸਮਝ ਕੇ ਤੇ ਘਰ ਵਾਪਸ ਚਲੇ ਜਾਂਦੇ ਹਨ, ਬਈ ਅਸੀਂ ਮੱਥਾ ਟੇਕ ਆਈਏ ਗੁਰਦੁਆਰੇ, ਅਸੀਂ 2 ਮਿੰਟ ਦਰਸ਼ਨ ਕਰਾਈਏ। ਇਹ ਦਰਸ਼ਨ ਹਨ, ਇਸ ਤੋਂ ਮੁਨਕਰ ਨਹੀਂ ਅਸੀਂ ਹੋ ਸਕਦੇ, ਪਰ ਇਹ ਦਰਸ਼ਨ ਅਧੂਰੇ ਹਨ। ਦਰਸ਼ਨਾਂ ਦਾ ਕੇਵਲ ਇੱਕ ਪੱਖ ਹੈ। ਸਿੱਖ ਨੂੰ ਉਦੋਂ ਤੱਕ ਗੁਰੂ ਦੇ ਮੁਕੰਮਲ ਦਰਸ਼ਨ ਨਹੀਂ ਹੋਣਗੇ, ਜਾਂ ਕਿਵੇਂ ਅਸੀਂ ਗੁਰੂ ਦੇ ਦਰਸ਼ਨ ਕਰ ਸਕਦੇ ਹਾਂ, ਜਦ ਤੱਕ ਉਹ ਸ਼ਬਦ ਦੀ ਵਿਚਾਰ ਨਹੀਂ ਕਰੇਗਾ। ਬਾਣੀ ਵਿੱਚ ਹੀ ਪੰਕਤੀ ਆਉਂਦੀ ਹੈ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਬਾਣੀ ਵਿੱਚ ਬੜਾ ਸਪਸ਼ਟ ਵਾਕ ਦਿੱਤਾ। ਤੇ ਸਤਿਗੁਰੂ ਆਖਦੇ, ਕਹਿੰਦੇ ਕੇਵਲ ਇਹਨਾਂ ਅੱਖਾਂ ਦੇ ਨਾਲ ਬਾਹਰੋਂ
ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਖੀ ਵੀ ਜਾਈਏ, ਭਾਵੇਂ ਇੱਕ ਸਮਾਂ ਸੀ ਗੁਰੂ ਨਾਨਕ ਸਾਹਿਬ ਜੀ ਨੂੰ ਅੱਖਾਂ ਨਾਲ ਵੇਖਿਆ ਸਹੀ ਲੋਕਾਂ ਨੇ, ਲੇਕਿਨ ਭਾਵਨਾ ਨਹੀਂ ਸੀ, ਉਹਨਾਂ ਦੇ ਕੋਲ ਸ਼ਰਧਾ ਨਹੀਂ ਸੀ, ਤੇ ਉਹਨਾਂ ਨੇ ਵੱਟੇ ਵੀ ਸਤਿਗੁਰੂ ਨੂੰ ਮਾਰੇ। ਤੇ ਇੱਕ ਉਹ ਸਨ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਵਿੱਚ ਅਕਾਲ ਪੁਰਖ ਦੇ ਦੀਦਾਰ ਹੋਏ। ਇਹ ਤੇ ਹੁਣ ਸਾਡੀ ਭਾਵਨਾ ਸੀ। ਜਿਸ ਦਿਨ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਇਹ ਭਾਵਨਾ ਬਣਾ ਕੇ ਗੁਰਦੁਆਰੇ ਆਵਾਂਗੇ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਹਨ, ਅਕਾਲ ਪੁਰਖ ਦਾ ਵਾਸਾ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਤੇ ਇਸ ਭਾਵਨਾ ਨਾਲ ਜਦੋਂ ਅਸੀਂ ਗੁਰਦੁਆਰੇ ਆਵਾਂਗੇ ਤੇ ਇਹ ਤੇ ਬੈਰੂਨੀ ਦਰਸ਼ਨ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਹੋ ਜਾਣਗੇ। ਉਸ ਤੋਂ ਬਾਅਦ ਹਰ ਸਿੱਖ ਦਾ ਫਰਜ਼ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਕਿਤਾਬੀਆਂ ਬੈਠੇ, ਥੋੜੀ ਦੇਰ ਸਹਿਜ ਪਾਠ ਜ਼ਰੂਰ ਕਰੇ, ਥੋੜੀ ਦੇਰ ਗੁਰਬਾਣੀ ਨਾਲ ਜ਼ਰੂਰ ਜੁੜੇ, ਸ਼ਬਦ ਰਾਹੀਂ ਅਸੀਂ ਗੁਰੂ ਦੇ ਦੀਦਾਰ ਕਰਦੇ ਹਨ। ਇਸੇ ਕਰਕੇ ਤੁਸੀਂ ਵੇਖੋ ਸਾਡੀ ਅਰਦਾਸ ਵਿੱਚ ਜਿਹੜਾ ਪਹਿਲਾ ਪੈਰਾ ਹੈ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਤੇ ਅੰਤ ਵਿੱਚ ਪੰਥ ਨੇ ਦੋ ਪੰਕਤੀਆਂ ਨਾਲ ਜੋੜੀਆਂ ਹਨ, ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂ ਹੋਏ ਸਹਾਏ। ਅਗਲੀ ਪੰਕਤੀ ਹੈ ਕਮਾਲ ਦੀ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਹੁਣ ਦੋ ਅਗਲੇ ਜਿਹੜੇ ਸ਼ਬਦ ਹਨ ਨਾ, ਇਹ ਬੜੇ ਕਮਾਲ ਦੇ ਹਨ। ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਬਹੁਤੇ ਲੋਕ ਠੀਕ ਹੈ ਇੱਥੇ ਪਾਠ ਦਰਸ਼ਨ ਦੀਦਾਰ ਸ਼ਬਦ ਜੋੜ ਦਿੰਦੇ ਹਨ, ਪਰ ਆਪ ਜੀ ਸਿੱਖ ਰਹਿਤ ਮਰਿਆਦਾ ਅਗਰ ਪੜ੍ਹੋਗੇ ਤੇ ਉੱਥੇ ਦਰਸ਼ਨ ਸ਼ਬਦ ਕਿਧਰੇ ਵੀ ਨਹੀਂ ਵਰਤਿਆ ਗਿਆ। ਉੱਥੇ ਜ਼ਿਕਰ ਕੀਤਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ। ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਭਾਵ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੀ ਗੁਰੂ ਦਾ ਦੀਦਾਰ ਹੈ, ਗੁਰਬਾਣੀ ਦਾ ਦੀਦਾਰ ਕਰਨਾ ਹੀ ਗੁਰੂ ਦਾ ਦੀਦਾਰ ਹੈ। ਤੇ ਜਦੋਂ ਕੋਈ ਗੁਰਬਾਣੀ ਨੂੰ ਪੜ੍ਹੇਗਾ, ਗੁਰਬਾਣੀ ਨੂੰ ਸਮਝੇਗਾ, ਵਿਚਾਰੇਗਾ, ਤੇ ਗੁਰਬਾਣੀ ਰਾਹੀਂ ਹੀ ਉਸ ਨੂੰ ਗੁਰੂ ਦੇ ਦਰਸ਼ਨ ਪ੍ਰਾਪਤ ਹੋਣਗੇ। ਕੀ ਬਾਤ ਹੈ ਜੀ, ਬਹੁਤ ਸੋਹਣੀ ਤਰੀਕੇ ਨਾਲ ਵੀਰ ਜੀ ਨੇ ਦੱਸਿਆ। ਗੁਰਬਾਣੀ ਵਿੱਚ ਵੀ ਕਹਿੰਦੇ ਨੇ, ਜਾਏ ਪੁੱਛੋ ਸੁਹਾਗਣੀ ਵਾਹੇ, ਕਿਨੀ ਬਾਤੀ ਸੌ ਪਾਈ ਹੈ। ਕਹਿੰਦੇ ਨੇ, ਜਾ ਕੇ ਪ੍ਰੇਮ ਪਦਾਰਥ ਪਾਈ ਹੈ, ਤੋ ਚਰਣੀ ਚਿਤ ਲਾਈਏ, ਸੌ ਕਹੈ ਸੋ ਕੀਜੇ, ਤਨ ਮਨੋ ਦੀਜੇ, ਐਸਾ ਪਰਮਲ ਲਾਈਏ। ਏਵ ਕਹੈ ਸੁਹਾਗਣੀ ਭੈਣੇ, ਇਨੀ ਬਾਤੀ ਸੌ ਪਾਈ ਹੈ। ਦਰਸ਼ਨ ਕਰਨਾ ਰੀਅਲ ਸੈਂਸ ਵਿੱਚ ਗੁਰੂ ਨੂੰ ਪਾਣਾ ਆਸਾਨ ਕੰਮ ਨਹੀਂ ਹੈ। ਉਹਦੇ ਲਈ ਤੁਹਾਨੂੰ ਆਪਾ ਖੋਣਾ ਪੈਂਦਾ ਹੈ, ਉਹਦੇ ਲਈ ਗੁਰੂ ਦੀ ਹਰ ਗੱਲ ਨੂੰ ਮੰਨਣਾ ਪੈਂਦਾ ਹੈ, ਉਹਦੇ ਅੱਗੇ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਪੈਂਦਾ ਹੈ, ਤਾਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਵੀਰ ਜੀ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਜੋ ਦਰਸ਼ਨ ਦੀ ਗੱਲ ਸੀ ਅੱਜ ਸਮਝਾਈ ਹੈ। ਵੀਰ ਜੀ ਤੀਸਰਾ ਸਵਾਲ ਜੋ ਸੰਗਤ ਨੇ ਭੇਜਿਆ ਉਹ ਹੈ ਜੀ, ਵਾਟ ਇਜ਼ ਸੇਵਾ, ਵਾਈ ਆਰ ਸਿੱਖਸ ਆਰਡਰ ਟੂ ਡੂ ਸੇਵਾ। ਕਿ ਸੇਵਾ ਕੀ ਹੈ ਤੇ ਸਿੱਖਾਂ ਨੂੰ ਕਿਉਂ ਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਹੁਕਮ ਦਿੱਤਾ ਹੈ ਕਿ ਸੇਵਾ ਕਰਨ। ਠੀਕ ਹੈ, ਸੇਵਾ ਦਾ ਦੇਖੋ ਇੱਕ ਸਿੰਪਲ ਅਰਥ ਤੇ ਸਰਵਿਸ ਹੈ। ਤੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਨਾ, ਜਿਵੇਂ ਕਈ ਵਾਰ ਕੋਈ ਰਿਟਾਇਰ ਹੁੰਦਾ ਤੇ ਹਿੰਦੀ ਵਿੱਚ ਸ਼ਬਦ ਹੈ ਸੇਵਾ ਨਿਵਰਤ ਹੋ ਗਏ, ਲੇਕਿਨ ਸਿੱਖ ਸਮਾਜ ਦੇ ਨਾਲ ਸੇਵਾ ਸ਼ਬਦ ਦਾ ਬੜਾ ਗਹਿਰਾ ਸੰਬੰਧ ਹੈ ਔਰ ਵਿਲੱਖਣ ਸੰਬੰਧ ਵੀ ਹੈ। ਸੇਵਾ ਸ਼ਬਦ ਦਾ ਵੀ ਓਰੀਜਨ, ਜੇ ਇਸਦਾ ਇੱਕ ਤੁਸਾਂ ਨੇ ਸਿਨੋਨਮ ਦੂਸਰੀ ਬੋਲੀ ਵਿੱਚ ਸਮਝਣਾ ਹੋਵੇ ਤੇ ਖਿਦਮਤ, ਮਹਾਨ ਕੋਸ਼ ਨੇ ਇਹਦਾ ਅਰਥ ਕੀਤਾ ਹੈ ਖਿਦਮਤ। ਖਿਦਮਤ ਦਾ ਭਾਵ ਹੈ ਸੈਲਫਲੈਸ ਸਰਵਿਸ, ਬਿਨਾਂ ਕਿਸੇ ਸਵਾਰਥ ਦੇ ਕਿਸੇ ਦੀ ਖਿਦਮਤ ਕਰਨੀ, ਕਿਸੇ ਦੀ ਸੇਵਾ ਕਰਨੀ, ਕਿਸੇ ਦੀ ਸਰਵਿਸ ਕਰਨੀ, ਬਿਨਾਂ ਕਿਸੇ ਸਵਾਰਥ ਦੇ, ਬਿਨਾਂ ਕਿਸੇ ਕਾਮਨਾ ਦੇ, ਬਿਨਾਂ ਕਿਸੇ ਆਸ ਨੂੰ ਰੱਖ ਕੇ। ਉਹਨੂੰ ਅਸਲ ਮਾਇਨਿਆਂ ਦੇ ਵਿੱਚ ਗੁਰਬਾਣੀ ਨੇ ਸੇਵਾ ਕਿਹਾ ਹੈ। ਦੂਸਰੀ ਗੱਲ, ਸੇਵਾ ਦੀ ਸਫਲਤਾ ਦਾ ਸੰਕਲਪ ਵੀ ਗੁਰੂ ਗ੍ਰੰਥ ਸਾਹਿਬ 'ਚ ਆਇਆ, ਉਹ ਬੋਲ ਕਿਉਂਕਿ ਨਾਲ ਵਾਜਿਬ ਹੈ ਆਖ ਦੇਣਾ ਕਿ ਸਾਜ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਇਹ ਗੱਲ ਬੜੀ ਸਮਝਣ ਵਾਲੀ ਹੈ, ਕਿਉਂਕਿ ਨਾ ਸੇਵਾ ਦੇ ਵਿੱਚ ਸਾਨੂੰ ਸੋਝੀ ਦੀ ਲੋੜ ਹੈ। ਮੇਰਾ ਇੱਕ ਵਿਸ਼ਾ ਹੈ ਵੈਸੇ, ਜਿਹੜਾ ਮੈਂ ਕਿਸੇ ਵੇਲੇ ਕੀਤਾ ਸੀ ਕਿਸੇ ਚੈਨਲ ਤੇ, ਕਿ ਸੇਵਾ ਦੇ ਵਿੱਚ 7 ਸੱਸਿਆਂ ਦੀ ਜ਼ਰੂਰਤ ਹੈ। 7 ਸੱਸੇ ਅਗਰ ਸੇਵਾ ਵਿੱਚ ਕੋਈ ਯਾਦ ਰੱਖ ਲਵੇ ਤੇ ਉਹ 7 ਸੱਸੇ ਅਗਰ ਸੇਵਾ ਵਿੱਚ ਆ ਜਾਣ ਤੇ ਸੱਚਮੁੱਚ ਉਹਦੀ ਸੇਵਾ ਸਫਲ ਹੋ ਜਾਂਦੀ ਹੈ। ਉਹ ਲੰਬਾ ਵਿਸ਼ਾ ਹੈ, ਮੈਂ ਇੱਥੇ ਬਹੁਤਾ ਨਹੀਂ ਲੈਣਾ ਉਹਦਾ ਵਿਸਥਾਰ। ਕੇਵਲ ਇਤਨੀ ਬੇਨਤੀ ਕਰਦੇ ਹਾਂ ਕਿ ਸੇਵਾ ਦੇ ਵਿੱਚ ਅਗਰ ਸਭ ਤੋਂ ਪਹਿਲਾ ਗੁਣ ਕੋਈ ਚਾਹੁੰਦਾ ਹੈ ਨਾ, ਉਹ ਸਹਿਮਤੀ ਹੋਣੀ ਚਾਹੀਦੀ ਹੈ। ਹੁਣ ਸਹਿਮਤੀ ਨਹੀਂ ਨਾ ਅਗਰ ਸਾਡੇ ਕੋਲ ਸੇਵਾ ਕਰਨ ਵਾਸਤੇ, ਹੁਣ ਕੋਈ ਜ਼ਬਰਦਸਤੀ ਸਾਨੂੰ ਆਖ ਦੇਵੇ ਵੀ ਇੱਥੇ ਖਲੋ ਕੇ ਝਾੜੂ ਮਾਰੀ ਜਾ, ਇੱਥੇ ਪੋਚਾ ਲਾਈ ਜਾ, ਇੱਥੇ ਖਲੋ ਕੇ ਸੰਗਤ ਨੂੰ ਪਾਣੀ ਪਿਲਾਈ ਜਾ, ਉਤੋਂ ਉਹ ਜਿਹਨੂੰ ਸੇਵਾ ਵਿੱਚ ਲਾ ਗਿਆ ਉਹਦਾ ਕਿਧਰੇ ਹੋਰ ਕੰਮ ਹੋਵੇ ਜਾਂ ਉਹਨੇ ਕਿਧਰੇ ਜਾਣਾ ਹੋਵੇ, ਤੇ ਉਹ ਭਾਵੇਂ ਹੋ ਸਕਦਾ ਹੈ ਥੋੜੀ ਦੇਰ ਵਾਸਤੇ ਉੱਥੇ ਕਰੇਗਾ ਸਹੀ ਸੇਵਾ, ਲੇਕਿਨ ਅੰਦਰੋਂ ਖਪਦਾ ਰਹੇਗਾ ਵੀ ਇਹਨੇ ਮੈਨੂੰ ਜ਼ਬਰਦਸਤੀ ਇੱਥੇ ਲਾ ਦਿੱਤਾ। ਹੋ ਸਕਦਾ ਹੈ ਜਦੋਂ ਸਮਾਂ ਬਹੁਤਾ ਲੱਗ ਜਾਵੇ ਉਹ ਸੇਵਾ ਛੱਡ ਕੇ ਉੱਥੋਂ ਚਲਾ ਵੀ ਜਾਵੇ। ਤੇ ਸੇਵਾ ਵਾਸਤੇ ਸਭ ਤੋਂ ਪਹਿਲੀ ਚੀਜ਼ ਹੈ ਨਾ ਜਿਹੜੀ ਉਹ ਸਰਵਿਸ ਜਿਹੜੀ ਕਰਨੀ ਹੈ, ਸਹਿਮਤੀ ਦੇ ਨਾਲ।
ਸਹਿਮਤੀ ਹੋਣੀ ਬੜੀ ਜ਼ਰੂਰੀ ਹੈ। ਤੇ ਮੈਂ ਕਈ ਵਾਰ ਕਹਿੰਦਾ ਹਾਂ ਜੇ ਸਹਿਮਤੀ ਨਹੀਂ ਨਾ, ਭਾਵੇਂ ਸੇਵਾ ਨਾ ਕਰੋ ਤੁਸੀਂ, ਕੋਈ ਕੋਈ ਲੋੜ ਹੀ ਨਹੀਂ ਬਿਲਕੁਲ ਸੇਵਾ ਕਰਨ ਦੀ। ਜੇ ਤੁਹਾਡੇ ਅੰਦਰ ਵਿਲਿੰਗਨੈਸ ਨਹੀਂ ਹੈ, ਤੁਸੀਂ ਅਗਰ ਸਹਿਮਤ ਨਹੀਂ ਹੋ ਉਸ ਚੀਜ਼ ਦੇ ਲਈ, ਤੁਹਾਡੇ ਅੰਦਰ ਚਾਹ ਨਹੀਂ ਹੈ, ਬੇਮਨ ਹੋ ਕੇ ਕਦੀ ਵੀ ਸਾਨੂੰ ਕਿਸੇ ਦੀ ਵੀ, ਇੱਥੋਂ ਤੱਕ ਗੁਰੂ ਦੀ ਸੇਵਾ, ਮਾਪਿਓ ਦੀ ਸੇਵਾ, ਕਿਸੇ ਦੀ ਵੀ ਸੇਵਾ ਬੇਮਨੇ ਢੰਗ ਦੇ ਨਾਲ ਸਾਨੂੰ ਨਹੀਂ ਕਰਨੀ ਚਾਹੀਦੀ। ਦੂਜੀ ਗੱਲ ਕਿ ਸਿੱਖਾਂ ਨੂੰ ਸੇਵਾ ਕਰਨ ਦਾ ਜੋ ਹੁਕਮ ਦਿੱਤਾ ਗਿਆ ਹੈ, ਉਹਦਾ ਕਾਰਨ ਹੀ ਇਹ ਸੀ ਕਿ ਸਮਾਜ ਦੇ ਵਿੱਚ ਉਹ ਤਬਕੇ ਜਾਂ ਉਹ ਲੋਕ ਜਿਹੜੇ ਕਿਸੇ ਵੀ ਗੱਲ ਤੋਂ ਵਾਂਝੇ ਰਹਿ ਚੁੱਕੇ ਹਨ, ਜਾਂ ਕੋਈ ਵੀ ਘਾਟ ਉਹਨਾਂ ਦੇ ਕੋਲ ਹੈ, ਕਿਸੇ ਪ੍ਰਕਾਰ ਦੀ ਵੀ ਤੋਟ ਉਹਨਾਂ ਦੇ ਕੋਲ ਹੈ, ਤੇ ਸਿੱਖ ਨੂੰ ਇਹ ਹੁਕਮ ਕੀਤਾ ਗਿਆ ਹੈ ਕਿ ਯਥਾ ਸ਼ਕਤ, ਇਹ ਸ਼ਬਦ ਨਾਲ ਜੋੜ ਦੇਣਾ ਹੈ ਜ਼ਰੂਰ, ਕਿ ਸਿੱਖ ਆਪਣੇ ਵਿੱਤ ਅਨੁਸਾਰ ਯਥਾ ਸ਼ਕਤ। ਹੁਣ ਹੋਵੇਗਾ ਕਿ ਉਹ ਇੱਕ ਬੰਦਾ ਜਿਹਦੀ 100 ਰੁਪਏ ਇਨਕਮ ਹੈ, ਉਹ ਵੀ 10 ਰੁਪਏ ਗੁਰੂ ਦੇ ਦਸਵੰਧ ਵਿੱਚ ਦੇ ਰਿਹਾ ਹੈ, ਜਿਹਦੀ 1000 ਹੈ ਉਹ ਵੀ 10 ਰੁਪਏ ਦੇ ਰਿਹਾ ਹੈ। ਹੁਣ ਦੋਨਾਂ ਦੀ ਅਗਰ ਤੁਸੀਂ ਵੇਖੋਗੇ ਕੈਪੈਸਿਟੀ ਬਿਲਕੁਲ ਵੱਖ-ਵੱਖ ਸੀ, 1000 ਚੋਂ 100 ਵੀ ਦੇ ਸਕਦਾ ਸੀ। ਤੇ ਗੁਰੂ ਸਾਹਿਬ ਜੀ ਨੇ ਜਿਹੜੀ ਸੇਵਾ ਦਾ ਸਾਨੂੰ ਸੰਕਲਪ ਦਿੱਤਾ ਹੈ ਉਹ ਹੈ ਯਥਾ ਸ਼ਕਤ, ਜਿਤਨੀ ਤੇਰੀ ਵਿੱਤ ਦੇ ਅਨੁਸਾਰ ਹੈ ਤੂੰ ਉਤਨੀ ਕੁ ਸੇਵਾ ਕਰਨੀ ਹੈ। ਇਹ ਤੇ ਹੋਈ ਪੈਸੇ ਦੀ ਗੱਲ। ਫਿਰ ਜਿਤਨਾ ਤੇਰੇ ਵਸ ਵਿੱਚ ਹੈ ਉਸ ਹਿਸਾਬ ਨਾਲ ਤੂੰ ਸੇਵਾ ਕਰਨੀ ਹੈ। ਇੱਕ ਬੜਾ ਪੁਰਾਤਨ ਦ੍ਰਿਸ਼ਟਾਂਤ ਹੈ, ਚਲੋ ਮੈਂ ਲੈ ਲਵਾਂ ਇੱਥੇ, ਕਿ ਸੇਵਾ ਵਾਸਤੇ ਉਹ ਜਿਹੜੇ 7 ਸੱਸੇ ਸਨ ਨਾ, ਇੱਕ ਸੀ ਉਹਦੇ ਵਿੱਚ ਸੋਝੀ ਦੀ ਬੜੀ ਜ਼ਰੂਰਤ ਹੈ, ਸੋਝੀ ਹੋਣੀ ਬੜੀ ਜ਼ਰੂਰੀ ਹੈ। ਇਹ ਨਾ ਹੋਵੇ ਨਾ ਕਿ ਜਿਸ ਚੀਜ਼ ਦੀ ਜ਼ਰੂਰਤ ਹੀ ਨਹੀਂ। ਹੁਣ ਤੁਸੀਂ ਵੇਖੋ ਕਈ ਥਾਵਾਂ ਐਸੀਆਂ ਹਨ ਜਿੱਥੇ ਇਹ ਆਖ ਦਿੱਤਾ ਬਈ ਇਸ ਗੁਰੂ ਘਰ ਦੇ ਵਿੱਚ ਨਾ ਇੱਕ ਇਹ ਚੀਜ਼ ਚੜਾਈ ਜਾਵੋ, ਉੱਥੇ ਆਪ ਵੇਖਣਾ ਲਾਈਨਾਂ ਲੱਗ ਜਾਣਗੀਆਂ, ਲੋਕ ਸਮਝਣਗੇ ਇਹੀ ਸੇਵਾ ਹੈ। ਜਿਵੇਂ ਕਿਸੇ ਨੇ ਕਹਿ ਦਿੱਤਾ ਵੀ ਇੱਥੇ ਦਾਲ ਚੜਾ ਦਿਓ, ਤੇ ਲੋਕੀ ਉੱਥੇ ਹੁਣ ਦਾਲਾਂ ਦੇ ਪਹਾੜ ਲਾ ਦੇਣਗੇ। ਉਹ ਹੁੰਦਾ ਕੀ ਹੈ, ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਉਹ ਸਭ ਕੁਝ ਜੋ ਇੱਕ ਵਪਾਰ ਜਿਹਾ ਬਣ ਜਾਂਦਾ ਹੈ। ਇਸ ਗੁਰਦੁਆਰੇ ਰੁਮਾਲੇ ਚੜਾ ਦਿਓ, ਰੁਮਾਲੇ ਹੀ ਦਿਨ ਸਾਰਾ ਦਿਨ ਚੜੀ ਜਾਣਗੇ। ਇਸ ਗੁਰਦੁਆਰੇ ਇਹ ਚੀਜ਼ ਚੜ, ਇਹੋ ਜਿਹੀਆਂ ਗੱਲਾਂ ਗੁਰਮਤਿ ਵਿੱਚ ਬਿਲਕੁਲ ਵੀ ਪ੍ਰਵਾਨ ਨਹੀਂ ਹਨ। ਸੇਵਾ ਵਾਸਤੇ ਸੋਝੀ ਦੀ ਜ਼ਰੂਰਤ ਹੈ। ਭਾਈ ਕਾਹਨ ਸਿੰਘ ਨਾਭਾ ਜੀ ਨੇ ਬੜਾ ਸਪਸ਼ਟ ਗੁਰਮਤਿ ਮਾਰਤੰਡ ਵਿੱਚ ਵੀ ਇੱਕ ਸੰਕੇਤ ਦਿੱਤਾ ਹੈ ਕਿ ਕਿਸੇ ਵੀ ਸੇਵਾ ਨੂੰ ਤੁਸੀਂ ਕੇਵਲ ਰਸਮ ਮਾਤਰ ਨਾ ਬਣਾ ਦਿਓ। ਇਹ ਵੇਖੋ ਜ਼ਰੂਰ ਕਿ ਕੀ ਉਹਦੀ ਜ਼ਰੂਰਤ ਹੈ, ਉੱਥੇ ਕਿਤਨੀ ਕੁ ਲੋੜ ਹੈ, ਵਕਤੀ ਲੋੜ ਹੈ, ਸਦੀਵੀ ਲੋੜ ਹੈ। ਜਿਸ ਤਰੀਕੇ ਦੀ ਜ਼ਰੂਰਤ ਹੈ ਉਸ ਤਰੀਕੇ ਦੀ ਖਿਦਮਤ ਤਨ, ਮਨ ਔਰ ਧਨ ਤਿੰਨਾਂ ਰੂਪਾਂ ਦੇ ਵਿੱਚ, ਅੰਨ ਦੇ ਰੂਪ ਵਿੱਚ, ਕਿਸੇ ਵੀ ਰੂਪ ਵਿੱਚ ਕਰਨੀ, ਇਹ ਸੇਵਾ ਗੁਰੂ ਪ੍ਰਵਾਨ ਕਰਦਾ ਹੈ। ਪੁਰਾਤਨ ਦ੍ਰਿਸ਼ਟਾਂਤ ਇੱਕ ਆਉਂਦਾ ਹੈ, ਚਲੋ ਮੈਂ 2 ਮਿੰਟ ਵਿੱਚ ਲੈ ਲਵਾਂ। ਇਹ ਕਿਸੇ ਨਗਰ ਵਿੱਚ ਨਾ ਇੱਕ ਮਹਾਤਮਾ ਜੀ ਆਏ, ਤੇ ਉਹਨਾਂ ਨੇ ਇੱਕ ਘਰ ਦੇ ਵਿੱਚ ਟਿਕਾਣਾ ਕੀਤਾ, ਤੇ ਘਰ ਦੀ ਜਿਹੜੀ ਸਵਾਣੀ ਸੀ ਉਹਨੇ ਬੜੇ ਪਿਆਰ ਦੇ ਨਾਲ ਉਹਨਾਂ ਦੀ ਸੇਵਾ ਕੀਤੀ। ਇਹ ਉਹ ਕਹਿੰਦੇ ਹਨ ਸਾਖੀਕਾਰ ਬਈ ਪੋ ਦੀਆਂ ਰਾਤਾਂ ਸਨ, ਜਿਹਨੂੰ ਅਸੀਂ ਦਸੰਬਰ ਦਾ ਮਹੀਨਾ ਕਹਿ ਦਈਏ, ਤੇ ਉਹਨਾਂ ਨੂੰ ਉੱਥੇ ਸੌਣ ਤੋਂ ਪਹਿਲੇ ਨੇੜੇ ਅੱਗ ਵੀ ਬਾਲ ਦਿੱਤੀ। ਅਗਲੇ ਦਿਨ ਸੁਬਾਹ ਉਹਨਾਂ ਨੂੰ ਇਸ਼ਨਾਨ ਕਰਨ ਵਾਸਤੇ ਗਰਮ ਪਾਣੀ ਦੇ ਦਿੱਤਾ, ਉੱਤੇ ਲੈਣ ਵਾਸਤੇ ਕੰਬਲ ਦੇ ਦਿੱਤਾ। ਉਹ ਅਸੀਸ ਦੇ ਕੇ ਚਲੇ ਗਏ। ਤੇ ਸਮਾਂ ਜਦ ਗੁਜ਼ਰਿਆ 2-4 ਮਹੀਨਿਆਂ ਵਿੱਚ ਨਾ ਉਹਦੇ ਘਰ ਬੜੀ ਬਰਕਤ ਪੈ ਗਈ। ਤੇ ਉਹਦੀ ਜਿਹੜੀ ਗੁਆਂਢਣ ਸੀ, ਪੜੋਸਨ, ਉਹ ਆ ਕੇ ਪੁੱਛਣ ਲੱਗੀ ਬਈ ਤੇਰੇ ਅਚਨਚੇਤ ਹੋਇਆ ਕੀ? ਬਈ ਕੱਲ ਤੱਕ ਤੁਹਾਡੇ ਘਰ ਮੁਫਲਸੀ ਸੀ, ਗਰੀਬੀ ਸੀ, ਖਾਣ ਵਾਸਤੇ ਚੰਗਾ ਨਹੀਂ ਸੀ, ਅਚਾਨਕ ਸੰਪੰਨ ਤੁਸੀਂ ਹੋ ਗਏ। ਉਹਨੇ ਦੱਸ ਦਿੱਤਾ ਵੀ ਇਸ ਤਰ੍ਹਾਂ ਮਹਾਤਮਾ ਜੀ ਆਏ ਸਨ ਤੇ ਮੈਂ ਸੇਵਾ ਕਰ ਦਿੱਤੀ। ਉਹ ਕਹਿਣ ਲੱਗੀ ਹੁਣ ਜਦੋਂ ਅਗਲੀ ਵਾਰ ਆਣਗੇ ਤੇ ਤੂੰ ਮੈਨੂੰ ਇਹ ਸੇਵਾ ਦੇਵੀਂ, ਮੈਂ ਵੀ ਉਹਨਾਂ ਦੀ ਸੇਵਾ ਕਰਨੀ ਚਾਹੁੰਦੀ ਹਾਂ। ਤੇ ਉਹਦੇ ਅੰਦਰ ਆਸ ਆ ਗਈ। ਪਹਿਲੀ ਨੇ ਤੇ ਬੇਆਸ ਹੋ ਕੇ ਇੰਝ ਆਖਦੀ ਨਿਸ਼ਕਾਮ ਹੋ ਕੇ ਸੇਵਾ ਕੀਤੀ, ਤੇ ਉਹਦੇ ਅੰਦਰ ਆਸ ਕਾਮਨਾ ਆ ਗਈ। ਉਹ ਰੱਬ ਦੀ ਕਰਨੀ ਉਹ ਆ ਗਏ ਜੇਠ ਦੇ ਮਹੀਨੇ ਦੇ ਵਿੱਚ, ਜਿਵੇਂ ਅੱਜ ਕੱਲ ਦਾ ਸਮਾਂ ਚੱਲ ਰਿਹਾ ਹੈ। ਹੁਣ ਉਹਨੇ ਇਹ ਸੁਣਿਆ ਸੀ ਵੀ ਇਹਨੇ ਗਰਮ ਪਾਣੀ ਦਿੱਤਾ, ਕੰਬਲ ਦਿੱਤਾ, ਅੱਗ ਬਾਲ ਦਿੱਤੀ। ਮਹਾਤਮਾ ਜੀ ਰਾਤ ਨੂੰ ਜਦੋਂ ਸੌਣ ਲੱਗੇ ਉਹਨੇ ਕੋਲ ਅੱਗ ਬਾਲ ਦਿੱਤੀ, ਅਗਲੇ ਦਿਨ ਨਹਾਉਣ ਲਈ ਗਰਮ ਪਾਣੀ ਦੇ ਦਿੱਤਾ। ਮਤਲਬ ਉਹਨੇ ਰੀਸ ਕੀਤੀ, ਲੇਕਿਨ ਸੋਝੀ ਨਹੀਂ ਸੀ ਉਹਨੂੰ ਸੇਵਾ ਕਰਨ ਦੀ। ਤਾਂ ਇਹ ਪੁਆਇੰਟ ਸਮਝਣ ਵਾਲਾ ਹੈ ਕਿ ਇਹ ਸੇਵਾ ਨਹੀਂ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦੇ ਨਾਂ ਤੇ ਨਾ ਬਹੁਤੀ ਵਾਰ ਬਹੁਤ ਕੁਝ ਐਸਾ ਕਰ ਦਿੰਦੇ ਹਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਪ੍ਰਵਾਨ ਹੀ ਨਹੀਂ ਕਰਦੇ। ਤੇ ਫਿਰ ਅਸੀਂ ਦੁਹਾਈ ਦਿੰਦੇ ਹਾਂ ਵੀ ਮੈਂ ਇਤਨੇ ਦਿਨ ਤੋਂ ਸੇਵਾ ਕਰ ਰਿਹਾ, ਇੰਨੀ ਸੇਵਾ ਗੁਰਦੁਆਰੇ ਕਰ ਰਿਹਾ, ਮੇਰੀ ਕਾਮਨਾ ਨਹੀਂ ਪੂਰੀ ਹੋ ਰਹੀ। ਬਿਨਾਂ ਕਾਮਨਾ ਦੇ ਜੇ ਅਸੀਂ ਗੁਰਦੁਆਰੇ ਆਵਾਂਗੇ ਸੇਵਾ ਕਰਨ ਵਾਸਤੇ, ਤੇ ਗੁਰੂ ਸਾਹਿਬ ਜੀ ਨੇ ਨਾ ਇਤਨਾ ਕੁਝ ਸਾਨੂੰ ਆਪਣੇ ਆਪ ਬਖਸ਼ ਦੇਣਾ ਹੈ। ਉਹ ਜਿਵੇਂ ਉਸ 4 ਬੱਚੇ ਸਨ ਨਾ ਕਿਸੇ ਪਿੰਡ ਦੇ ਵਿੱਚ, ਤੇ ਇੱਕ ਵੱਡੀ ਉਮਰ ਦਾ ਉੱਥੇ ਬਜ਼ੁਰਗ ਆ ਗਿਆ ਉਹਦੇ ਕੋਲ, ਜਿਹਨੂੰ ਅੱਜ ਟਾਫੀਆਂ ਤੁਸੀਂ ਕਹਿ ਲਓ, ਬੜੀਆਂ ਟਾਫੀਆਂ ਸਨ। ਤੇ ਉਹਨੇ ਬੱਚਿਆਂ ਨੂੰ ਟਾਫੀਆਂ ਆਫਰ ਕੀਤੀਆਂ, ਤੇ ਹੁਣ 3 ਬੱਚਿਆਂ ਨੇ ਨਾ ਆਪਣੇ ਛੋਟੇ ਛੋਟੇ ਹੱਥਾਂ ਨਾਲ 2-2 3-3 ਟਾਫੀਆਂ ਚੁੱਕ ਲਈਆਂ। ਤੇ ਜਿਹੜਾ ਅਖੀਰਲਾ ਬੱਚਾ ਸੀ ਉਹ ਬੜਾ ਸਿਆਣਾ ਸੀ, ਕਹਿਣ ਲੱਗਾ ਮੈਂ ਨਹੀਂ ਚੁੱਕਣੀ, ਤੁਸੀਂ ਆਪ ਦੇ ਦਿਓ।
ਹੁਣ ਇੱਕ ਬੱਚਾ ਚੁੱਕੇਗਾ ਆਪਣੇ ਹੱਥ ਨਾਲ ਤੇ ਦੋ ਤਿੰਨ ਚੁੱਕੇਗਾ। ਉਹ ਬਜ਼ੁਰਗ ਨੇ ਜਦੋਂ ਆਪਣੇ ਹੱਥ ਨਾਲ ਦਿੱਤੀਆਂ ਟਾਫੀਆਂ, ਉਹਦੀਆਂ ਹਥੇਲੀਆਂ ਭਰ ਗਈਆਂ ਪੂਰੀਆਂ। ਗੱਲ ਸਮਝਣ ਵਾਲੀ ਹੈ। ਸੇਵਾ ਵਿੱਚ ਜਦੋਂ ਕਾਮਨਾ ਲੈ ਕੇ ਆਵਾਂਗੇ, ਸਾਡੀ ਕਾਮਨਾ ਬੜੀ ਛੋਟੀ ਹੈ, ਪਰ ਰੱਬ ਦੀ ਬਖਸ਼ਿਸ਼ ਉਸ ਕਾਮਨਾ ਦੇ ਸਾਹਮਣੇ ਬੜੀ ਵੱਡੀ ਹੈ। ਇਸ ਕਰਕੇ ਸੈਲਫਲੈਸ ਹੋ ਕੇ ਜੇ ਅਸੀਂ ਸੇਵਾ ਕਰਾਂਗੇ, ਸਰਵਿਸ ਕਰਾਂਗੇ ਮਾਨਵਤਾ ਦੀ, ਗੁਰਸਿੱਖਾਂ ਦੀ, ਭਾਈ ਗੁਰਦਾਸ ਜੀ ਦੀ ਉਹਨੇ ਆਪ ਜੀ ਗੱਲ ਕਰ ਰਹੇ ਸੋ, ਭਾਈ ਗੁਰਦਾਸ ਜੀ ਨੇ ਸੇਵਾ ਦਾ ਬੜਾ ਵੱਡਾ ਇੱਕ ਸੰਕਲਪ ਆਪਣੇ ਸਵਈਆਂ ਵਿੱਚ ਦ੍ਰਿੜ ਕਰਾਇਆ, ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ। ਉਹ ਮੈਂ ਪੂਰਾ ਨਾ ਲਵਾਂ ਚਲਾ, ਉਸ ਵਿੱਚ ਸਿੱਖ ਕੋ ਪਿਲਾਏ ਪਾਣੀ ਭਾਉ ਕਰੇ ਕੁਰਖੇਤ। ਮਤਲਬ ਕਿਤਨੇ ਸਾਰੇ ਸੰਕੇਤ ਦਿੱਤੇ ਗਏ ਕਿ ਸੇਵਾ ਦੇ ਵਿੱਚੋਂ ਹੀ ਸਭ ਕੁਝ ਪ੍ਰਾਪਤ ਹੋ ਸਕਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਭਾਈ ਲਹਿਣਾ ਜੀ ਨੇ ਸਭ ਕੁਝ ਸੇਵਾ ਦੇ ਵਿੱਚੋਂ ਹੀ ਪ੍ਰਾਪਤ ਕੀਤਾ। ਦੂਸਰੀ ਗੱਲ ਮੈਂ ਇਹ ਬੇਨਤੀ ਕਰ ਦੇਵਾਂ ਕਿ ਸੇਵਾ ਦੇ ਨਾਲ ਨਾ ਇੱਕ ਭੁਲੇਖਾ ਜੁੜਿਆ ਹੋਇਆ ਹੈ ਬਹੁਤੇ ਲੋਕਾਂ ਦੇ, ਵੀ ਜੇ ਅਸੀਂ ਨਹੀਂ ਕਰਾਂਗੇ ਨਾ ਤੇ ਸੇਵਾ ਹੋਏਗੀ ਨਹੀਂ। ਇਹ ਬੜਾ ਵੱਡਾ ਇੱਕ ਹੰਕਾਰ ਲੋਕਾਂ ਨੇ ਜੋੜ ਲਿਆ। ਤੇ ਮੈਂ ਕਈ ਵਾਰ ਕਥਾ ਵਿੱਚ ਵੀ ਇਹ ਗੱਲ ਕਹਿੰਦਾ, ਗੁਰੂ ਨਾਨਕ ਦਾ ਘਰ ਪਤਾ ਹੈ ਕੈਸਾ, ਇੱਥੇ ਦੀ ਸੇਵਾ ਕਰੋਗੇ ਤੇ ਮੁੱਕੇਗੀ ਨਹੀਂ, ਨਹੀਂ ਕਰੋਗੇ ਤੇ ਰੁਕੇਗੀ ਨਹੀਂ। ਇਹ ਗੱਲ ਜੀਵਨ ਵਿੱਚ ਪੱਕੀ ਦ੍ਰਿੜ ਕਰ ਲਓ। ਜਿਹੜੇ ਬੰਦੇ ਸੋਚਦੇ ਨਾ ਬਈ ਅਸੀਂ ਸੇਵਾ ਕਰਾਂਗੇ ਤਾਂ ਹੀ ਹੋਵੇਗੀ, ਅਸੀਂ ਨਹੀਂ ਹੋਵਾਂਗੇ ਤੇ ਸੇਵਾ ਨਹੀਂ ਹੋਵੇਗੀ, ਨਹੀਂ। ਗੁਰੂ ਨਾਨਕ ਦਾ ਘਰ ਐਸਾ ਹੈ, ਇੱਥੇ ਸੇਵਾ ਕਰੀ ਜਾਓ, ਦਿਨ ਰਾਤ ਕਰੀ ਜਾਓ, ਸੇਵਾ ਮੁੱਕਣ ਵਿੱਚ ਨਹੀਂ ਆਏਗੀ। ਤੇ ਜੇ ਤੁਸੀਂ ਸੋਚੋਗੇ ਵੀ ਮੈਂ ਨਹੀਂ ਕਰਦਾ, ਉਹ ਜਿਵੇਂ ਮੁਰਗਾ ਕਹਿੰਦਾ ਮੈਂ ਬਾਂਗ ਨਹੀਂ ਦੇਵਾਂਗਾ ਤੇ ਸਵੇਰ ਨਹੀਂ ਹੋਵੇਗੀ, ਨਹੀਂ, ਨਹੀਂ ਕਰੋਗੇ ਤੇ ਰੁਕੇਗੀ ਨਹੀਂ। ਇੱਥੇ ਗੁਰੂ ਨਾਨਕ ਨੇ ਆਪਣੇ ਆਪ ਭੇਜ ਦੇਣੇ ਹਨ। ਤੇ ਸਿੱਖ ਨੂੰ ਇਸ ਕਰਕੇ ਹੁਕਮ ਕੀਤਾ ਗਿਆ ਹੈ ਸੇਵਾ ਦਾ ਕਿ ਜੋ ਵੀ ਦੁਨੀਆ ਦੇ ਵਿੱਚ ਲੋੜਵੰਦ ਹਨ, ਕਿਸੇ ਵੀ ਗੱਲ ਵਿੱਚ ਜਿਨ੍ਹਾਂ ਕੋਲ ਕੋਈ ਘਾਟ ਆ ਗਈ ਹੈ, ਉਹ ਘਾਟ ਸਿੱਖ ਉਸ ਸੇਵਾ ਰਾਹੀਂ ਪੂਰੀ ਕਰ ਸਕੇ। ਅੰਨ ਦੀ, ਧਨ ਦੀ, ਵਿਦਿਆ ਦੀ, ਕਿਸੇ ਰੂਪ ਵਿੱਚ ਵੀ ਜੋ ਸਾਡੇ ਕੋਲ ਗੁਣ ਹੈ ਉਹਨੂੰ ਵੰਡਣਾ ਨਿਸ਼ਕਾਮ ਭਾਵਨਾ ਨਾਲ ਇਹ ਸੇਵਾ ਹੈ। ਬਹੁਤ ਸੋਹਣੇ ਤਰੀਕੇ ਨਾਲ ਵੀ ਜੀ ਆਪ ਜੀ ਨੇ ਦੱਸਿਆ ਜੀ। ਇੱਕ ਗੱਲ ਮੈਂ ਇੱਥੇ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ, ਗੱਲ ਸੇਵਾ ਦੀ ਆ ਗਈ ਹੈ। ਅੱਜ ਪੂਰੀ ਦੁਨੀਆ ਵਿੱਚ ਸਿੱਖ ਲੰਗਰ ਲਗਾ ਰਿਹਾ ਹੈ ਜੀ। ਅੱਜ ਮਹਾਰਾਜ ਨੇ ਐਸੀ ਦਇਆ ਕੀਤੀ ਹੈ, ਕਰੋਨਾ ਦੇ ਵੇਲੇ ਵੀ ਅੱਛਿਆਂ ਨੇ ਸਿੱਖਾਂ ਦੀ ਸੇਵਾ ਨੂੰ ਦੇਖ ਕੇ ਨਮਸਕਾਰ ਕੀਤਾ ਹੈ। ਮਹਾਰਾਜ ਨੇ ਐਸੀ ਕਿਰਪਾ ਵਰਤਾਈ ਹੈ। ਮਗਰ ਮੈਂ ਇੱਥੇ ਇੱਕ ਬੇਨਤੀ ਕਰਨਾ ਚਾਹੁੰਦਾ, ਜਿੱਥੇ ਪੂਰੀ ਦੁਨੀਆ ਨੂੰ ਅਸੀਂ ਲੰਗਰ ਛਕਾਉਂਦੇ ਹਾਂ, ਅੱਜ ਇੱਕ ਦੁਖਾਂਤ ਜ਼ਰੂਰ ਹੈ ਕਿ ਜੋ ਸਾਡੇ ਗੁਰਦੁਆਰੇ 'ਚ ਲੰਗਰ ਬਣਨਾ ਹੁੰਦਾ ਹੈ ਤੇ ਸਾਨੂੰ ਜੋ ਹੈ ਨਾ, ਸਾਨੂੰ ਫਿਰ ਕੋਈ ਬਾਵਰਚੀ ਲੱਭਣਾ ਪੈਂਦਾ ਹੈ, ਸਾਨੂੰ ਫਿਰ ਕੋਈ ਹਲਵਾਈ ਲੱਭਣਾ ਪੈਂਦਾ ਹੈ। ਇੱਕ ਬੇਨਤੀ ਹੋਰ ਕਰਾਂ, ਜੇ ਲੰਗਰ ਦੀ ਸੇਵਾ ਗੁਰਦੁਆਰੇ ਵੀ ਹੋ ਰਹੇ ਨਾ, ਗੁਰਪੁਰਬਾਂ ਦੇ ਮੌਕੇ, ਹੋਰ ਕਿਸੇ ਤਰ੍ਹਾਂ ਦੇ ਮੌਕੇ, ਸੰਗਤ ਰੂਪ ਵਿੱਚ ਇਕੱਠੇ ਹੋ ਕੇ ਜੋ ਸਾਡਾ ਸਿਸਟਮ ਹੈ, ਜੋ ਸਾਡੀ ਪ੍ਰਥਾ ਹੈ, ਜੋ ਗੁਰੂ ਮਹਾਰਾਜ ਨੇ ਦਇਆ ਕੀਤੀ, ਲੰਗਰ ਇਕੱਠੇ ਹੋ ਕੇ ਬਣਾਈਏ ਤੇ ਵਰਤਾਈਏ, ਸੇਵਾ ਦਾ ਲਾਹਾ ਲਈਏ। ਇੱਥੋਂ ਵੀ ਹਲਵਾਈਆਂ ਦੀ ਸੇਵਾ ਨਹੀਂ, ਕਿਉਂਕਿ ਹਲਵਾਈ ਨੇ ਜੋ ਬਣਾਉਣਾ ਉਹਨੇ ਤੇ ਪ੍ਰੋਫੈਸ਼ਨਲੀ ਪੈਸੇ ਲੈਣੇ, ਕੰਮ ਕਰ ਦੇਣਾ। ਲੰਗਰ ਦੀ ਗੱਲ ਤਾਂ ਹੈ ਜੇ ਸੰਗਤ ਰਲ ਮਿਲ ਕੇ ਸੇਵਾ ਕਰੇ। ਇੱਕ ਬੇਨਤੀ ਮੈਂ ਮੌਕਾ ਲੱਭ ਕੇ ਵਿੱਚ ਕਰਨਾ ਚਾਹੁੰਦਾ, ਸੰਗਤ ਜੀ ਆਪ ਦੇ ਚਰਨਾਂ 'ਚ ਮੈਨੂੰ ਬਖਸ਼ ਲੈਣਾ ਇਸ ਗੱਲ ਲਈ। ਕਿਰਪਾ ਕਰੋ ਆਪਣੇ ਆਪਣੇ ਮਹੱਲਿਆਂ ਵਿੱਚ, ਆਪਣੇ ਆਪਣੇ ਸ਼ਹਿਰਾਂ 'ਚ ਕੋਸ਼ਿਸ਼ ਕਰੋ ਕਿ ਜਿਸ ਦਿਨ ਵੀ ਗੁਰਦੁਆਰਾ ਸਾਹਿਬ ਲੰਗਰ ਦੀ ਸੇਵਾ ਹੋਣੀ ਹੈ, ਗੁਰੂ ਦਇਆ ਕਰੇ ਸੰਗਤ ਮਿਲ ਕੇ ਲੰਗਰ ਬਣਾਵੇ ਤੇ ਵਰਤਾਵੇ। ਇਹ ਇੱਕ ਕੋਸ਼ਿਸ਼ ਜ਼ਰੂਰ ਸੰਗਤ ਜੀ ਆਪ ਜੀ ਕਰੋ ਜੀ। ਸੌਰੀ ਵੀਰ ਜੀ, ਮੈਂ ਵੀ 2 ਮਿੰਟ ਲੈ ਲਏ, ਗੱਲ ਤੋਂ ਗੱਲ ਯਾਦ ਆ ਗਈ ਵੀਰ ਜੀ। ਚੌਥਾ ਸਵਾਲ ਇੱਥੇ ਆਇਆ ਜੀ, it is said for Gurbani to understand what you read. What should we do for that and why is it important? ਸਵਾਲ ਹੈ ਜੀ ਕਿ ਗੁਰਬਾਣੀ ਨੂੰ ਕਿਹਾ ਜਾਂਦਾ ਹੈ ਕਿ ਸਮਝ ਕੇ ਪੜੋ, ਉਹ ਸਮਝ ਕੇ ਪੜਨ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਕਿਵੇਂ ਉਹਦੀ ਇੰਪੋਰਟੈਂਸ ਕੀ ਹੈ ਜੀ? ਜੀ, ਕਿਉਂਕਿ ਹਾਂ ਹੁਣ ਇਹ ਗੱਲ ਸਾਡੀ ਚੱਲ ਹੀ ਰਹੀ ਸੀ, ਗੁਰਦੁਆਰੇ ਕਿਉਂ ਜਾਣਾ ਹੈ ਜਿਵੇਂ, ਤੇ ਗੁਰੂ ਦੇ ਦਰਸ਼ਨ ਕੀ ਹਨ, ਇਹਦੇ ਵਿੱਚ ਗੁਰਬਾਣੀ ਦਾ ਜ਼ਿਕਰ ਆਇਆ ਸੀ ਵਿੱਚ। ਤੇ ਇਹ ਇੰਝ ਹੀ ਸਮਝ ਲਓ ਜਿਵੇਂ ਸਾਨੂੰ ਜੋ ਵੀ ਅਸੀਂ ਸਬਜੈਕਟ ਪੜ੍ਹਦੇ ਹਾਂ ਆਪਣੀ ਅਕੈਡਮਿਕ ਪੜ੍ਹਾਈ ਦੇ ਵੇਲੇ, ਜਾਂ ਕੋਈ ਵੀ ਅਸੀਂ ਕੋਰਸ ਵੀ ਕਰਦੇ ਹਾਂ, ਹੁਣ ਸਾਨੂੰ ਸਮਝਣਾ ਪੈਂਦਾ ਹੈ ਕਿ ਉਸ ਟੈਕਸਟ ਬੁੱਕ ਦੇ ਵਿੱਚ ਕੀ ਲਿਖਿਆ ਹੋਇਆ ਹੈ। ਤੇ ਜੇ ਅਸੀਂ ਕੇਵਲ ਰੱਟੇ ਮਾਰੀ ਜਾਵਾਂਗੇ ਉਹਦੇ, ਔਰ ਬਿਨਾਂ ਸਮਝੇ ਹੀ ਉਸ ਚੀਜ਼ ਨੂੰ ਲਰਨ ਕਰ ਲਾਂਗੇ, ਪੜ੍ਹ ਲਵਾਂਗੇ, ਭਾਵੇਂ ਯਾਦ ਕਰ ਲਾਂਗੇ, ਤੇ ਉਹਦਾ ਕੋਈ ਬਹੁਤਾ, ਹੋ ਸਕਦਾ ਹੈ ਅਸੀਂ ਵਕਤੀ ਤੌਰ ਤੇ ਇਮਤਿਹਾਨ ਵਿੱਚ ਪਾਸ ਹੋ ਜਾਈਏ, ਪਰ ਜ਼ਿੰਦਗੀ ਦੇ ਵਿੱਚ ਉਸ ਤੋਂ ਅਸੀਂ ਕੋਈ ਬਹੁਤਾ ਲਾਭ ਨਹੀਂ ਲੈ ਪਾਵਾਂਗੇ। ਗੁਰਬਾਣੀ ਨਾਲ ਵੀ ਬਿਲਕੁਲ ਇਸੇ ਤਰੀਕੇ ਨਾਲ ਹੈ। ਪੜ੍ਹਨ ਦੀ ਬਹੁਤ ਵੱਡੀ ਮਹਾਨਤਾ, ਮੈਂ ਪੜ੍ਹਨ ਦਾ ਬਿਲਕੁਲ ਮਨਾਹੀ ਨਹੀਂ ਕਰ ਰਿਹਾ, ਪੜ੍ਹੋ, ਦਿਨ ਰਾਤ ਪੜ੍ਹਨੀ ਹੈ ਬਾਣੀ ਸਿੱਖ ਨੇ, ਲੇਕਿਨ ਘੱਟੋ ਘੱਟ ਜੋ ਪੜ੍ਹ ਰਿਹਾ ਹੈ ਸਿੱਖ ਉਹਨੂੰ ਸਮਝੇ ਜ਼ਰੂਰ। ਹੁਣ ਸਮਝਣ ਵਾਸਤੇ ਕੀ ਕਰਨਾ ਚਾਹੀਦਾ ਹੈ? ਮੈਂ ਆਪਣੇ ਜੀਵਨ ਵਿੱਚ ਜਿਵੇਂ ਸ਼ੁਰੂਆਤ ਕੀਤੀ ਸੀ, ਸਾਨੂੰ ਗੁਰਪੁਰਬ ਤੇ 2 ਰੁਪਏ ਉਸ ਵੇਲੇ ਮਿਲਿਆ ਕਰਦੇ ਸਨ, ਬਈ ਜੇਬ ਖਰਚੀ ਲੈ ਜਾਓ, ਤੇ ਉਸ ਵੇਲੇ ਮਨ ਵਿੱਚ ਬੜਾ ਚਾਅ ਹੁੰਦਾ ਸੀ
ਇੱਥੇ ਹੀ ਗੁਰਪੁਰਬ ਤੇ ਬੁੱਕਸ ਦਾ ਸਟਾਲ ਲੱਗਦਾ ਸੀ। ਮੈਂ ਆਪਣੀ ਜ਼ਿੰਦਗੀ 'ਚ ਸਭ ਤੋਂ ਪਹਿਲੀ ਕਿਤਾਬ ਖਰੀਦੀ ਸੀ ਕੀਰਤਨ ਸੋਹਿਲਾ, ਜਿਹਨੂੰ ਤੁਸੀਂ ਸੋਹਿਲਾ ਸਾਹਿਬ ਕਹਿੰਦੇ ਆ, ਉਹਦੀ ਸਟਿਕ ਖਰੀਦੀ ਸੀ ਜੀਵਨ ਵਿੱਚ, ਪਹਿਲੀ ਕਿਤਾਬ ਆਪਣੀ ਜ਼ਿੰਦਗੀ ਵਿੱਚ। ਉਹ ਪੂਰੇ 2 ਰੁਪਏ ਦੀ ਸੀ ਉਸ ਸਮੇਂ, ਸਿੱਖ ਮਿਸ਼ਨਰੀ ਕਾਲਜ ਦੀ, ਅੱਜ ਤੱਕ ਮਤਲਬ ਮੈਂ ਸਾਂਭ ਕੇ ਰੱਖੀ ਹੋਈ ਹੈ। ਤੇ ਜਿਸ ਵੇਲੇ ਸ਼ੌਂਕ 'ਚ ਉਸ ਵੇਲੇ ਖਰੀਦ ਲਈ, ਪਰ ਘਰ ਜਾ ਕੇ ਜਿਸ ਵੇਲੇ ਉਹਨੂੰ ਮੈਂ ਪੜ੍ਹਨਾ ਸ਼ੁਰੂ ਕੀਤਾ ਤੇ ਮੈਂ ਹੈਰਾਨ ਹੋ ਗਿਆ। ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਜਿਵੇਂ ਅਰਥ ਪੜ੍ਹੇ ਤੇ ਅਰਥ ਪੜਨ ਤੋਂ ਬਾਅਦ ਇਤਨਾ ਰਸ ਆ ਗਿਆ ਕਿ ਇੱਕ ਪੰਕਤੀ ਆਉਂਦੀ ਹੈ, ਮਿਲ ਕਰ ਪਾਵੋ ਤੇਲ, ਤੇ ਉੱਥੇ ਪੂਰਾ ਖੁਲਾਸਾ ਕੀਤਾ ਗਿਆ ਬਈ ਮਿਲ ਕਰ ਪਾਵੋ ਤੇਲ ਦਾ ਹੁਣ ਅਰਥ ਕੀ ਹੈ। ਉਹ ਪੁਰਾਤਨ ਰਸਮ ਸੀ ਜਿਹੜੀ ਵਿਆਹ ਤੋਂ ਪਹਿਲੇ ਲੜਕੀ ਦੇ ਸਿਰ ਵਿੱਚ ਉਹਦੀਆਂ ਮਾਸੀਆਂ, ਮਾਮੀਆਂ, ਚਾਚੀਆਂ, ਤਾਈਆਂ ਤੇਲ ਲਾਇਆ ਕਰਦੀਆਂ ਸਨ। ਉਹਨੂੰ ਦੇਹ ਸੱਜਣ ਅਸੀਸਣੀਆਂ, ਉਹਨੂੰ ਅਸੀਸਾਂ ਦਿੰਦੀਆਂ ਸਨ। ਮਤਲਬ ਇਹ ਗੱਲ ਮੈਨੂੰ ਉਸ ਵੇਲੇ ਬਚਪਨ 'ਚ ਸਮਝ ਆਈ ਤੇ ਇੱਕ ਇਸ ਉਦਾਹਰਣ ਨੇ ਮੇਰੇ ਮਨ ਵਿੱਚ ਐਸੀ ਜਿਗਿਆਸਾ ਪੈਦਾ ਕਰ ਦਿੱਤੀ ਕਿ ਗੁਰਬਾਣੀ ਨੂੰ ਸੱਚਮੁੱਚ ਸਮਝਣਾ ਚਾਹੀਦਾ ਹੈ। ਤੇ ਬੜਾ ਸਰਲ ਤਰੀਕਾ ਹੈ ਗੁਰਬਾਣੀ ਨੂੰ, ਅਗਰ ਆਪ ਜੀ ਅੱਜ ਕੱਲ ਤੇ ਖੈਰ ਚਲੋ, ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ, ਸਾਡੇ ਕੋਲ ਉਸ ਰੂਪ ਵਿੱਚ ਇਲੈਕਟ੍ਰੋਨਿਕ PDF ਵਗੈਰਾ ਵਿੱਚ ਕਿਤਨੀ ਐਪਸ ਹਨ ਸਾਡੇ ਕੋਲ। ਗੁਰਬਾਣੀ ਨੂੰ ਅਰਥਾਂ ਸਮੇਤ ਆਪ ਜੀ ਪੜ੍ਹੋ। ਇੱਕ ਤੇ ਨਿਤਨੇਮ ਅਸੀਂ ਕਰ ਰਹੇ ਹਾਂ, ਉਸ ਤੋਂ ਇਲਾਵਾ ਕੁਝ ਸਮਾਂ 10 ਮਿੰਟ, ਸਿਰਫ 15 ਮਿੰਟ ਇਤਨੇ ਕੱਢ ਲਵੋ ਆਪਣੀ ਜ਼ਿੰਦਗੀ ਦੇ ਵਿੱਚ, ਰੋਜ਼ ਦੇ 10-15 ਮਿੰਟ ਕੱਢ ਲਵੋ ਕਿ ਆਪ ਜੀ ਇੱਕ ਸਿਰੇ ਤੋਂ, ਚਲੋ ਜਪਜੀ ਸਾਹਿਬ ਤੋਂ ਗੱਲ ਸ਼ੁਰੂ ਕਰ ਲਵੋ, ਨਿਤਨੇਮ ਦੀ ਵਿਚਾਰ ਤੋਂ ਸ਼ੁਰੂ ਕਰ ਲਓ, ਫਿਰ ਸੁਖਮਨੀ ਸਾਹਿਬ ਆ ਜਾਵੇਗਾ। ਆਪ ਜਿਉਂ-ਜਿਉਂ ਅਰਥਾਂ ਸਮੇਤ ਬਾਣੀ ਪੜੋਗੇ ਨਾ, ਤੇ ਆਪ ਜੀ ਨੂੰ ਬਾਣੀ ਆਪਣੇ ਆਪ ਸਮਝ ਵਿੱਚ ਵੀ ਆਣੀ ਸ਼ੁਰੂ ਹੋ ਜਾਏਗੀ। ਤੇ ਦੂਸਰਾ, ਜੀਵਨ ਦੇ ਵਿੱਚ ਉਸ ਸਮਝ ਨੇ ਹੀ ਸਾਡੀ ਅਗਵਾਈ ਕਰਨੀ ਸ਼ੁਰੂ ਕਰ ਦੇਣੀ ਹੈ। ਅੱਜ ਦੁਖਾਂਤ ਕੀ ਹੈ ਸਾਡਾ, ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਅਪਸ ਐਂਡ ਡਾਊਨਸ ਆ ਜਾਂਦੇ ਹਨ। ਕਦੀ ਸੁੱਖ ਦੁੱਖ ਆ ਗਿਆ ਸਾਡੀ ਜ਼ਿੰਦਗੀ ਦੇ ਵਿੱਚ ਤੇ ਅਸੀਂ ਨਾ ਲੋਕਾਂ ਕੋਲ, ਸਿਆਣਿਆਂ ਕੋਲ ਪੁੱਛਣ ਗਿੱਛਣ ਵਾਸਤੇ ਦੌੜਨਾ ਸ਼ੁਰੂ ਕਰ ਦਿੰਦੇ ਹਾਂ ਵੀ ਫਲਾਣੇ ਸਿਆਣੇ ਕੋਲ ਚਲੇ ਜਾਓ, ਮੈਨੂੰ ਆਪਣੀ ਜ਼ਿੰਦਗੀ ਵਿੱਚ ਇਸ ਮੋੜ ਤੇ ਗੱਲ ਸਮਝ ਨਹੀਂ ਆ ਰਹੀ। ਨਹੀਂ, ਜਿਹੜਾ ਸਿੱਖ ਗੁਰਬਾਣੀ ਨੂੰ ਰੋਜ਼ ਵਿਚਾਰਨਾ ਸ਼ੁਰੂ ਕਰ ਦੇਵੇਗਾ, ਇਸ ਕਰਕੇ ਜ਼ਰੂਰੀ ਹੈ ਗੁਰਬਾਣੀ ਨੂੰ ਸਮਝਣਾ ਕਿ ਸਿੱਖ ਨੂੰ ਇੱਕ ਸੇਧ ਮਿਲੇਗੀ ਜੋ ਸੋਝੀ ਆਏਗੀ। ਔਰ ਮੈਂ ਖੁਦ ਐਸੇ ਲੋਕਾਂ ਨੂੰ ਜਾਣਦਾ ਹਾਂ, ਆਪ ਵੀ ਜਾਣਦੇ ਹੋਵੋਗੇ, ਜਿਨ੍ਹਾਂ ਨੇ ਜਦੋਂ ਦੀ ਬਾਣੀ ਅਰਥਾਂ ਸਮੇਤ ਪੜ੍ਹਨੀ ਸ਼ੁਰੂ ਕੀਤੀ, ਜਿਨ੍ਹਾਂ ਨੇ ਵਿਚਾਰਨੀ ਸ਼ੁਰੂ ਕੀਤੀ, ਉਹਨਾਂ ਦੀ ਜ਼ਿੰਦਗੀ ਵਿੱਚ ਸਹਿਜ ਆਣਾ ਸ਼ੁਰੂ ਹੋ ਗਿਆ, ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਟਿਕਾਵ ਆਣਾ ਸ਼ੁਰੂ ਹੋ ਗਿਆ, ਸਮਝ ਆ ਗਈ, ਵਿਵੇਕ ਜਿਹਨੂੰ ਕਹਿੰਦੇ ਨੇ, ਵਿਵੇਕ, ਕਿ ਬਈ ਚੰਗਾ ਤੇ ਮੰਦਾ ਕੀ ਹੈ ਸਾਡੇ ਲਈ। ਚੰਗੀਆਂ ਚੀਜ਼ਾਂ ਅਪਣਾਉਣ ਲੱਗ ਪਏ, ਮਾੜੀਆਂ ਚੀਜ਼ਾਂ ਨੂੰ ਛੱਡਣ ਲੱਗ ਪਏ, ਜਿਹਨੂੰ ਬਾਣੀ ਵੀ ਕਹਿੰਦੇ ਸਾਂਝ ਕਰੀ ਜਾਏ, ਗੁਨਾਹ ਕੇਰੀ ਛੋੜ ਅਵਗਣ ਚੱਲੀ ਹੈ। ਤੇ ਇਸ ਕਰਕੇ ਬਾਣੀ ਜ਼ਰੂਰੀ ਹੈ ਸਮਝਣ ਵਾਸਤੇ। ਇੱਕੋ ਇੱਕ ਤਰੀਕਾ ਹੈ, ਬਾਣੀ ਦੀ ਸਟੀਕ ਲਿਆਓ। ਸਭ ਤੋਂ ਸਰਲ ਸਟੀਕ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ, ਮੈਂ ਚਲੋ ਨਾਮ ਵੀ ਆਪ ਜੀ ਦੇ ਨਾਲ ਸਾਂਝਾ ਕਰ ਲਿਆ। ਉਹ ਦਰਪਣ ਆਉਂਦਾ ਹੈ ਪੂਰਾ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ। ਇੱਕ ਗ੍ਰਸਤੀ ਬੰਦੇ ਵਾਸਤੇ, ਇੱਕ ਆਮ ਇਨਸਾਨ ਵਾਸਤੇ, ਕਿਰਤੀ ਬੰਦੇ ਵਾਸਤੇ ਸਭ ਤੋਂ ਸਰਲ ਤੇ ਸਭ ਤੋਂ ਸਟੀਕ ਟੀਕਾ ਜਿਹੜਾ ਹੈ ਇਸ ਸਮੇਂ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਹੈ। ਰੋਜ਼ 15 ਮਿੰਟ ਅਗਰ ਉਹ ਜਿਵੇਂ ਪਹਿਲੀ ਪੌੜੀ ਲੈ ਲਈ, ਸੋਚਿਆ ਸੋਚ ਨਾ ਹੋਵੇ, ਜੇ ਸੋਚੀ ਲਖਵਾਰ ਤੋਂ ਲੈ ਕੇ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਤੇ ਸਿਰਫ ਇਹਦੇ 15 ਮਿੰਟ ਅਰਥ ਪੜ ਲਏ, 15-15 ਮਿੰਟ ਕਰਕੇ ਆਪ ਵੇਖਣਾ ਮਹੀਨੇ ਡੇਢ ਮਹੀਨੇ ਵਿੱਚ ਜਪਜੀ ਸਾਹਿਬ ਪੂਰਾ ਹੋ ਜਾਏਗਾ। ਉਸ ਤੋਂ ਬਾਅਦ ਅੰਦਰ ਪਿਆਸ ਉਤਪੰਨ ਹੋਣੀ ਸ਼ੁਰੂ ਹੋ ਜਾਵੇਗੀ ਕਿ ਮੈਂ ਬਾਣੀ ਨੂੰ ਜਾਣਾ, ਬਾਣੀ ਨੂੰ ਸਮਝਾਂ। ਤੇ ਆਪ ਵੇਖਣਾ ਬਾਣੀ ਨੂੰ ਸਮਝ ਕੇ ਵਿਚਾਰ ਕੇ ਜੇ ਅਰਥਾਂ ਸਮੇਤ ਪੜਾਂਗੇ, ਬਾਣੀ ਸਮਝ ਵਿੱਚ ਵੀ ਆਵੇਗੀ ਤੇ ਸਾਡੀ ਅਗਵਾਈ ਵੀ ਗੁਰਬਾਣੀ ਨੇ ਕਰਨੀ ਹੈ, ਅਸੀਂ ਕਿਧਰੇ ਭਟਕਾਂਗੇ ਨਹੀਂ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਹਨ ਜਿਹੜੇ ਉਹ ਸਮਝ ਆ ਜਾਣਗੇ, ਇਸ ਕਰਕੇ ਜ਼ਰੂਰੀ ਵੀ ਹੈ। बहुत अच्छी तरह भी जी आपने दस्या कि कोशिश ये करिए कि ਗੁਰਬਾਣੀ ਅੱਜਕੱਲ ਤੇ ਮੈਂ ਵੀਰ ਜੀ ਜਿਹੜੀ ਗੱਲ ਤੁਸੀਂ ਕਹੀ ਡਿਜੀਟਲੀ ਅਗਰ ਅਸੀਂ ਮੋਬਾਈਲ ਤੋਂ ਕਦੀ ਪਾਠ ਕਰੀਏ ਤਾਂ ਉਹਦੇ ਵਿੱਚ ਇੰਗਲਿਸ਼ ਵਿੱਚ ਟ੍ਰਾਂਸਲੇਸ਼ਨ ਨਾਲ ਦਿੱਤੀ ਹੁੰਦੀ ਹੈ, ਬੰਦਾ ਉੱਥੋਂ ਹੀ ਕਾਫੀ ਕੁਝ ਸਮਝ ਜਾਂਦਾ ਹੈ। ਤੇ ਜੇ ਜਿਗਿਆਸੂ ਹੋਏਗਾ, ਜੇ ਪਿਆਸ ਹੋਏਗੀ ਤੇ ਪਿਆਸ ਬੁਝਾਉਣ ਦੇ ਤਰੀਕੇ ਬੜੇ ਨੇ। ਗੱਲ ਇਹ ਕਿ ਤੁਹਾਡੇ ਅੰਦਰ ਉਹ ਪਿਆਸ ਹੋਵੇ ਕਿ ਮੈਂ ਪਿਆਸ ਹੋਣੀ ਚਾਹੀਦੀ ਹੈ, ਮੈਂ ਸਮਝਣਾ ਚਾਹਨਾ, ਤੇ ਤੁਸੀਂ ਜ਼ਰੂਰ ਉਸ ਵਾਲੇ ਕੁਝ ਨਾ ਕੁਝ ਹੀਲਾ ਕਰ ਲੋਗੇ। ਵੀਰ ਜੀ ਅਗਲਾ ਸਵਾਲ ਜਿਹੜਾ ਆਇਆ ਇਹ ਬੜਾ ਇੰਟਰਸਟਿੰਗ ਜਿਹਾ ਹੈਗਾ। ਕਹਿੰਦੇ ਨੇ ਕਿ why every Sikh should know how to recite kirtan? Does this mean that everyone needs to learn how to sing? People who cannot sing or don't have good voice, what does that mean for them? ਕਹਿਣਾ ਇਹ ਚਾਹ ਰਹੇ ਨੇ ਕਿ ਕੀ ਹਰ ਸਿੱਖ ਨੂੰ ਕਿਹਾ ਜਾਂਦਾ ਹੈ ਵੀ ਕੀਰਤਨ ਆਉਣਾ ਚਾਹੀਦਾ, ਕੀਰਤਨ ਕਰਨਾ ਚਾਹੀਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਹਰ ਇੱਕ ਨੂੰ ਗਾਣ ਲਈ, ਕੀਰਤਨ ਗਾਣਾ ਸਿੱਖਣਾ ਜ਼ਰੂਰੀ ਹੈ,
ਜਿਹੜੇ ਬੰਦੇ ਨਹੀਂ ਗਾ ਸਕਦੇ, ਜਿਨ੍ਹਾਂ ਕੋਲ ਉਸ ਤਰ੍ਹਾਂ ਦੀ ਬਖਸ਼ਿਸ਼ ਨਹੀਂ ਹੈ, ਆਵਾਜ਼ ਨਹੀਂ ਹੈ, ਕਿ ਉਹ ਮਤਲਬ ਕਿ ਕੀਰਤਨ ਨਹੀਂ ਕਰਨਗੇ, ਉਹ ਫਿਰ ਕੀ ਕਰੀਏ, ਉਹ ਕੀ ਕਰਨ? ਠੀਕ ਇਹ ਹੈ, ਠੀਕ ਕੁਐਸਚਨ ਹੈ ਜੀ ਇਹਨਾਂ ਦਾ। ਇਹ ਬੜਾ ਕੋਈ ਗੱਲ ਇੰਟਰਸਟਿੰਗ ਨਹੀਂ। ਕੁਐਸਚਨ ਲੱਗਿਆ ਮੈਨੂੰ। ਹਾਂ, ਸਭ ਤੋਂ ਪਹਿਲੇ ਇਹ ਜਾਣੋ ਕਿ ਕੀਰਤਨ ਹੈ ਕੀ। ਠੀਕ ਹੈ ਨਾ, ਕੀਰਤਨ ਦੇ ਵੀ ਦੋ ਅਰਥ ਅਸੀਂ ਸਮਝਣੇ ਹਨ, ਕਿਉਂਕਿ ਹਰ ਚੀਜ਼ ਨੂੰ ਗੁਰਬਾਣੀ ਵਿੱਚ ਨਾ ਖੋਲ ਕੇ ਸਮਝਾਇਆ ਗਿਆ। ਇੱਕ ਤੇ ਲਿਟਰਲ ਮੀਨਿੰਗ, ਉਹ ਸਾਡੀ ਸਿੱਖ ਰਹਿਤ ਮਰਿਆਦਾ ਦੇ ਸਾਫ਼ ਲਿਖਿਆ ਹੈ ਕਿ ਗੁਰਬਾਣੀ ਨੂੰ ਰਾਗਾਂ ਵਿੱਚ ਗਾਣ ਦਾ ਨਾਮ ਕੀਰਤਨ ਹੈ, ਕਿ ਜਦੋਂ ਕੋਈ ਗੁਰਬਾਣੀ ਨੂੰ ਰਾਗਾਂ ਵਿੱਚ ਗਾਏਗਾ ਤੇ ਉਸ ਪद्धਤੀ ਨੂੰ ਅਸੀਂ ਕੀਰਤਨ ਆਖ ਦਿੰਦੇ ਹਾਂ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਾਂਗੇ ਤੇ ਕੀਰਤਨ ਦਾ ਅਰਥ ਹੈ ਰੱਬ ਦਾ ਯਸ਼ ਕਰਨਾ, ਉਹਦੀ ਕੀਰਤੀ ਕਰਨੀ, ਉਹਦੀ ਵਡਿਆਈ ਕਰਨੀ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਰੱਬ ਦੀ ਜਿਹੜੀ ਵਡਿਆਈ ਕੀਤੀ ਹੈ ਉਹ ਸਾਰੀ ਰਾਗਾਂ ਵਿੱਚ ਕੀਤੀ ਹੈ। ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਦਰਸ਼ਨ ਕਰਾਂਗੇ ਤੇ 31 ਸ਼ੁੱਧ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਰਤੇ ਗਏ ਹਨ। ਚਲੋ, ਮੈਂ ਕਹਿਣਾ ਨਹੀਂ ਸੀ ਚਾਹੁੰਦਾ ਪਰ ਗੱਲ ਸਾਹਮਣੇ ਆ ਗਈ। ਅੱਜ ਸਾਡਾ ਦੁਖਾਂਤ ਇਹ ਹੈ ਕਿ ਅਸੀਂ ਡਿਸਕੋ ਦੀਆਂ ਟਿਊਨਾਂ ਤੇ ਹਾਂਜੀ, ਹੋਰ ਫਿਲਮੀ ਗਾਣੇ ਦੀਆਂ ਟਿਊਨਾਂ ਤੇ ਅਸੀਂ ਰਾਗ ਨੂੰ ਭੁਲਾ ਦਿੱਤਾ। ਬਸ ਬਿਲਕੁਲ ਜੀ, ਬਿਲਕੁਲ। ਮੈਂ ਗਿਆਨੀ ਸੰਤ ਸਿੰਘ ਜੀ ਦੀ ਵਿਚਾਰ ਸੁਣ ਰਿਹਾ ਸੀ ਕਿਸੇ ਵੇਲੇ, ਉਹਨਾਂ ਨੇ ਬੇਖੌਫ ਹੋ ਕੇ ਗੱਲ ਆਖ ਦਿੱਤੀ ਸੀ ਸਟੇਜ ਤੋਂ ਕਿ ਅਸੀਂ ਗੁਰਬਾਣੀ ਨੂੰ ਝੂਠੇ ਬਰਤਨਾਂ ਵਿੱਚ ਪਰੋਸ ਰਹੇ ਹਾਂ। ਇਹ ਉਹਨਾਂ ਨੇ ਗੱਲ ਆਖੀ। ਗੁਰੂ ਨੇ ਸਾਰਾ ਕੀਰਤਨ ਰਾਗਾਂ ਵਿੱਚ ਕੀਤਾ। ਠੀਕ ਹੈ ਜੀ, ਗੁਰੂ ਨੇ ਬਕਾਇਦਾ ਇੱਕ ਇੱਕ ਸ਼ਬਦ ਦੇ ਉੱਤੇ ਰਾਗ ਦੱਸਿਆ, ਉਹਦਾ ਘਰ ਤੱਕ ਦੱਸਿਆ। ਘਰ ਦਾ ਅਰਥ ਆਪ ਜੀ ਵੀ ਜਾਣਦੇ ਹੋ, ਤਾਲ ਦੇ ਨਾਲ ਸੰਬੰਧਿਤ ਹੈ ਕਿ ਇਸ ਤਾਲ ਵਿੱਚ ਇਸ ਸ਼ਬਦ ਨੂੰ ਗਾਣਾ, ਇਸ ਰਾਗ ਵਿੱਚ। ਰਾਗ ਵੀ ਸਮੇਂ ਦੇ ਲਏ ਗਏ, ਬਿਲਕੁਲ ਮਰਿਆਦਾ ਦੇ ਅਨੁਸਾਰ ਕੀਰਤਨ ਦੱਸਿਆ ਗਿਆ ਤੇ ਕੀਰਤਨ ਇਸ ਪद्धਤੀ ਦਾ ਨਾਮ ਹੈ। ਹੁਣ ਦੂਸਰੀ ਜਿਹੜੀ ਗੱਲ ਸੀ ਕਿ ਹਰ ਸਿੱਖ ਨੂੰ ਜਿਹੜਾ ਕੀਰਤਨ ਹੈ ਸਿੱਖਣਾ ਚਾਹੀਦਾ ਹੈ। ਹਾਂ, ਬਿਲਕੁਲ ਜ਼ਰੂਰੀ ਹੈ ਹਰ ਸਿੱਖ ਦੇ ਲਈ। ਗੁਰੂ ਸਾਹਿਬ ਜੀ ਦੇ ਵੇਲੇ, ਦਸ਼ਮੇਸ਼ ਪਾਤਸ਼ਾਹ ਜੀ ਦੇ ਵੇਲੇ ਤੱਕ ਅਗਰ ਅਸੀਂ ਇਤਿਹਾਸ ਪੜਾਂਗੇ ਤੇ ਬਹੁਤ ਸਾਰੇ ਸਿੱਖ ਸੰਗਤ ਨੂੰ, ਬਹੁਤ ਸਾਰੀਆਂ ਸੰਗਤਾਂ ਨੂੰ ਕੀਰਤਨ ਆਂਦਾ ਸੀ। ਕਿਉਂਕਿ ਨਾ ਇੱਕ ਸਮਾਂ ਐਸਾ ਸੀ, ਅਗਰ ਆਪ ਇਤਿਹਾਸ ਪੜੋਗੇ ਕਿ ਗੁਰੂ ਨਾਨਕ ਨੇ ਜਿਹੜਾ ਕੀਰਤਨ ਸ਼ੁਰੂ ਕੀਤਾ ਨਾ, ਗੁਰੂ ਨਾਨਕ ਸਾਹਿਬ ਗਾਉਂਦੇ ਸਨ, ਉਹਨਾਂ ਨੇ ਨਾਲ ਸੰਗੀਤ ਦਾ, ਸਾਜ਼ ਦਾ ਸਹਾਰਾ ਲਿਆ। ਉਹ ਸਾਜ਼ ਕੌਣ ਵਜਾਉਂਦਾ ਸੀ? ਭਾਈ ਮਰਦਾਨਾ ਜੀ। ਇਹ ਪਰੰਪਰਾ ਚਲਦੀ ਰਹੀ ਅੱਗੇ ਕਿ ਗੁਰੂ ਘਰ ਦੇ ਵਿੱਚ ਜਿਹੜੇ ਰਬਾਬੀ ਸਨ, ਤੰਤੀ ਸਾਜ਼ ਵਾਲੇ ਸਨ, ਉਹ ਕੀਰਤਨ ਕਰਿਆ ਕਰਦੇ ਸਨ। ਪੰਜਵੇਂ ਪਾਤਸ਼ਾਹ ਦੇ ਵੇਲੇ ਇੱਕ ਘਟਨਾ ਵਾਪਰ ਗਈ ਦਰਬਾਰ ਸਾਹਿਬ ਜੀ ਦੇ ਵਿੱਚ। ਉਹ ਘਟਨਾ ਐਸੀ, ਭਾਈ ਸੱਤਾ ਤੇ ਭਾਈ ਬਲਵੰਡ, ਇਹ ਗੁਰੂ ਘਰ ਦੇ ਕੀਰਤਨੀਏ ਸਨ ਤੇ ਇਹਨਾਂ ਨੇ ਇੱਕ ਦਿਨ ਆਖ ਦਿੱਤਾ ਵੀ ਪਾਤਸ਼ਾਹ, ਸਾਡੀ ਬੱਚੀ ਦਾ ਵਿਆਹ ਹੈ ਤੇ ਕੱਲ ਜਿਤਨੀ ਚੜ੍ਹਤ ਆਵੇਗੀ ਨਾ ਤੇ ਇਹ ਅਸੀਂ ਸਾਡੀ ਹੋਵੇਗੀ ਸਾਰੀ। ਤੇ ਗੁਰੂ ਸਾਹਿਬ ਨੇ ਕਿਹਾ ਵੀ ਚੜ੍ਹਤ ਕਰਕੇ ਤੇ ਕਦੀ ਕੀਰਤਨ ਇਸ ਭਾਵਨਾ ਕਰਕੇ ਤੇ ਨਹੀਂ ਕਰਨਾ ਚਾਹੀਦਾ। ਤੇ ਪਰ ਖੈਰ ਗੁਰੂ ਸਾਹਿਬ ਨੇ ਆਖ ਦਿੱਤਾ ਠੀਕ ਹੈ, ਤੁਸੀਂ ਲੈ ਲੈਣਾ। ਅਗਲੇ ਦਿਨ ਰੱਬ ਦੀ ਕਰਨੀ ਐਸੀ ਹੋਈ, ਪੈਸੇ ਆਏ ਕੋਈ ਨਾ। ਇਹ ਲੋਕ ਖਪਦੇ ਹੋਏ, ਕੁੜਦੇ ਹੋਏ ਉੱਥੋਂ ਉੱਠ ਗਏ। ਇਹਨਾਂ ਨੇ ਕਿਹਾ ਵੀ ਤੁਸੀਂ ਆਪ ਹੀ ਕੁਝ ਕਿਹਾ ਹੋਏਗਾ ਸੰਗਤ ਨੂੰ ਵੀ ਪੈਸੇ ਨਹੀਂ ਰੱਖਣੇ। ਸਾਡੇ ਵੱਡੇ ਵਡੇਰੇ ਗੁਰੂ ਨਾਨਕ ਨਾਲ ਕੀਰਤਨ ਕਰਦੇ ਰਹੇ, ਉਹ ਨਾ ਹੁੰਦੇ ਤੇ ਫਿਰ ਕੀਰਤਨ ਕਿਵੇਂ ਹੁੰਦਾ? ਇਹ ਗੱਲ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੁਣੀ ਤੇ ਉਹਨਾਂ ਨੇ ਸਾਫ਼ ਆਖ ਦਿੱਤਾ ਵੀ ਤੁਸੀਂ ਮੈਨੂੰ ਜੋ ਕਿਹਾ ਮੈਂ ਬਰਦਾਸ਼ਤ ਕਰ ਲਿਆ, ਪਰ ਵੱਡੇ ਸਤਿਗੁਰਾਂ ਬਾਰੇ ਜਿਹੜੇ ਤੁਸੀਂ ਕਬੂਲ ਕਰੇ ਨਾ, ਇਹਦੀ ਮਾਫੀ ਨਹੀਂ ਤੁਹਾਨੂੰ ਮਿਲੇਗੀ। ਅਸੀਂ ਇਤਿਹਾਸ ਪੜਾਂਗੇ, ਸਾਨੂੰ ਪਤਾ ਹੈ ਸਤਿਗੁਰੂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਵੀ ਇਹਨਾਂ ਨੂੰ ਕੋਈ ਵੀ ਇਹਨਾਂ ਦੇ ਨਾਲ ਮੂੰਹ ਮੱਥਾ ਨਹੀਂ ਲਾਵੇਗਾ, ਕੋਈ ਵੀ ਇਹਨਾਂ ਨਾਲ ਗੱਲਬਾਤ ਨਹੀਂ ਕਰੇਗਾ, ਤੇ ਜਿਹੜਾ ਕਰੇਗਾ ਤੇ ਉਦੋਂ ਖੋਤੇ ਤੇ ਬਿਠਾ ਕੇ ਮੂੰਹ ਕਾਲਾ ਕਰਕੇ ਸ਼ਹਿਰ 'ਚ ਘੁਮਾਇਆ ਜਾਏਗਾ। ਉਹ ਅਗਲੀ ਸਾਖੀ ਹੈ ਭਾਈ ਲੱਦਾ ਪਰਉਪਕਾਰੀ ਜਦੋਂ ਆਏ ਸਨ ਤੇ ਉੱਥੇ ਇੱਕ ਜ਼ਿਕਰ ਆਇਆ ਕਿ ਹੁਣ ਸਵਾਲ ਪੈਦਾ ਹੋ ਗਿਆ, ਕੀਰਤਨ ਕਰੇ ਕੌਣ? ਇਤਿਹਾਸ ਪੜਾਂਗੇ, ਗੁਰੂ ਅਰਜਨ ਦੇਵ ਜੀ ਆਪ ਰਾਗੀਆਂ ਵਾਲੀ ਜਗ੍ਹਾ ਤੇ ਬੈਠੇ, ਜਿੱਥੇ ਹਰਿਮੰਦਰ ਸਾਹਿਬ ਰਾਗੀ ਆਪ ਬੈਠਦੇ ਹਨ ਨਾ, ਉੱਥੇ ਧੰਨ ਗੁਰੂ ਅਰਜਨ ਦੇਵ ਜੀ ਬੈਠੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਹੱਥ ਵਿੱਚ ਸਿਰੰਦਾ ਲੈ ਕੇ ਕੀਰਤਨ ਸ਼ੁਰੂ ਕਰ ਦਿੱਤਾ, ਕੀਰਤਨ ਰੁਕਣ ਨਹੀਂ ਦਿੱਤਾ। ਤੇ ਇਸ ਕਰਕੇ ਕੀਰਤਨ ਆਣਾ ਇਤਨਾ ਜ਼ਰੂਰੀ ਹੈ ਸਿੱਖ ਨੂੰ। ਦੂਸਰੀ ਗੱਲ ਆਪ ਜੀ ਨੇ ਜੋ ਸਵਾਲ ਪੁੱਛਿਆ ਕਿ ਹਰ ਸਿੱਖ ਨੂੰ ਕੀਰਤਨ ਆਣਾ ਜ਼ਰੂਰੀ ਹੈ, ਇਹੀ ਸੀ ਨਾ ਜੀ, ਕਿ ਹਰ ਸਿੱਖ ਨੂੰ ਕੀਰਤਨ ਆਣਾ ਜ਼ਰੂਰੀ ਹੈ। ਕਿ ਹੁਣ ਜਿਨ੍ਹਾਂ ਨੂੰ ਨਹੀਂ ਆਉਂਦਾ ਉਹ ਕੀ ਕਰਨ? ਕੀਰਤਨ ਹਰ ਸਿੱਖ ਨੂੰ ਆਣਾ ਜ਼ਰੂਰੀ ਹੈ। ਪਰ ਹੁਣ ਆਪ ਵੇਖੋਗੇ ਕਿ ਹਰ ਬੰਦੇ ਦੀ ਆਵਾਜ਼ ਸੁਰ ਵਿੱਚ ਨਹੀਂ ਹੁੰਦੀ। ਹਰ ਬੰਦਾ ਸਾਜ਼ਾਂ ਨੂੰ ਕਈ ਵਾਰ ਸਾਰੀ ਜ਼ਿੰਦਗੀ ਪਕੜ ਤੱਕ ਨਹੀਂ ਆ ਸਕਦੀ ਸਾਜ਼ਾਂ ਦੀ। ਤੇ ਉੱਥੇ ਕੀਰਤਨ ਦਾ ਅਰਥ ਇਹ ਨਹੀਂ ਕਿ ਜ਼ਰੂਰੀ ਹਾਰਮੋਨੀਅਮ ਲੈ ਕੇ ਅਸੀਂ ਬੈਠਣਾ ਹੈ, ਤਬਲਾ ਆਂਦਾ ਹੋਵੇ ਜਾਂ ਤੰਤੀ ਸਾਜ਼ ਆਂਦੇ ਹੋਣ। ਨਹੀਂ, ਜੇ ਨਹੀਂ ਆਉਂਦਾ ਨਾ, ਤੁਹਾਨੂੰ ਜਿਸ ਆਵਾਜ਼ 'ਚ ਆਉਂਦਾ ਤੁਸੀਂ ਗਾਣਾ ਸ਼ੁਰੂ ਕਰ ਦਿਓ, ਤੁਸੀਂ ਸੰਗਤੀ ਰੂਪ 'ਚ ਬਹਿ ਜਾਓ। ਕਿਉਂਕਿ ਸੁਣਤੇ ਪੁਨੀਤ ਕਹਤੇ ਪਵਿੱਤ, ਇੱਥੇ ਦੋਵੇਂ ਪੱਖ ਦਿੱਤੇ ਗਏ, ਸੁਣਨ ਵਾਲੇ ਵੀ ਤੇ ਸੁਣਾਉਣ ਵਾਲੇ ਵੀ, ਆਖਣ ਵਾਲੇ ਵੀ ਤੇ ਸੁਣਨ ਵਾਲੇ ਵੀ, ਜਿਨ੍ਹਾਂ ਨੂੰ ਆਉਂਦਾ ਹੈ। ਔਰ ਗੁਰੂ ਸਾਹਿਬ ਦੇ ਘਰ ਦੀ ਰਹਿਮਤ ਐਸੀ ਹੈ, ਇੱਥੇ ਮੈਂ ਪਿਛਲੀ ਵਾਰ ਵੀ ਕਿਹਾ ਸੀ, ਜੇ ਗੂੰਗੇ ਦੇ
ਮੁਖ ਤੋਂ ਸਤਿਗੁਰੂ ਜੀ ਗੀਤਾ ਬੁਲਵਾ ਸਕਦੇ ਹਨ। ਤੇ ਇੱਕ ਦਿਨ ਕਰਤ ਕਰਤ ਅਭਿਆਸ ਤੇ ਜੜਮਤ ਹੋਏ ਸੁਜਾਨ, ਜਿਹੜਾ ਪੱਖ ਹੈ ਨਾ ਰਹੀਮ ਜੀ ਨੇ ਲਿਆ ਕਿ ਅਭਿਆਸ ਕਰਦੇ ਕਰਦੇ ਇੱਕ ਦਿਨ ਆਵਾਜ਼ ਬਣ ਜਾਵੇਗੀ। ਮੈਂ ਇੱਥੋਂ ਤੱਕ ਵੇਖਿਆ ਹੈ ਕਿ ਕਈ ਪ੍ਰੇਮੀ ਆਉਂਦੇ ਸਨ ਕਿ ਉਮਰ 60-50 ਸਾਲ ਤੋਂ 40 ਸਾਲ ਤੋਂ ਉੱਪਰ ਹੋ ਚੁੱਕੀ ਸੀ, 55 ਸਾਲ 50 ਸਾਲ, ਤੇ ਉਹਨਾਂ ਨੇ ਪੁੱਛਿਆ, ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ, ਮੈਂ ਕਿਹਾ ਵੀ ਤੁਸੀਂ ਜਿਸ ਵੀ ਉਮਰ ਦੇ ਵਿੱਚ ਸਿੱਖਣ ਦੀ ਕੋਈ ਉਮਰ ਨਹੀਂ, ਤੁਸੀਂ ਸਿੱਖਣਾ ਤੇ ਸ਼ੁਰੂ ਕਰੋ ਅਰਦਾਸ ਕਰਕੇ। ਉਹਨਾਂ ਨੇ ਥੋੜਾ ਜਿਹਾ ਅਭਿਆਸ ਕੀਤਾ ਤੇ ਅੱਜ ਸਟੇਜ ਦੇ ਉੱਤੇ ਬੈਠ ਕੇ ਉਹ ਕੀਰਤਨ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਕਰ ਲੈਂਦੇ ਹਨ। ਇਸ ਕਰਕੇ ਸਿੱਖਣ ਵਿੱਚ ਕੋਈ ਮਨਾਹੀ ਨਹੀਂ, ਅਗਰ ਸਿੱਖਾਂਗੇ ਵੀ ਨਾ ਆਵਾਜ਼ ਆਪਣੇ ਆਪ ਬਣਨੀ ਸ਼ੁਰੂ ਹੋ ਜਾਏਗੀ, ਗੁਰੂ ਸਾਹਿਬ ਆਪਣੇ ਆਪ ਕਿਰਪਾ ਕਰਨਗੇ। ਤੇ ਆਵਾਜ਼ ਨਹੀਂ ਵੀ ਚੰਗੀ ਕੋਈ ਗੱਲ ਨਹੀਂ, ਅਭਿਆਸ ਕਰ ਕਰਕੇ ਇੱਕ ਦਿਨ ਚੰਗੀ ਹੋ ਜਾਏਗੀ। ਨਹੀਂ ਅਗਰ ਬਣਦੀ ਆਵਾਜ਼ ਤੇ ਭਾਈ ਇਧਰ ਵੇਖੋ ਆਪ ਭਗਤ ਨਾਮਦੇਵ ਜੀ, ਉਹਨਾਂ ਦਾ ਜ਼ਿਕਰ ਹੈ ਨਾ, ਭਗਤ ਕਰਤ ਮੇਰੇ ਤਾਲ ਛਿਨਾਏ, ਉਹ ਖੜਤਾਲਾਂ ਨਾਲ ਹੀ ਕੀਰਤਨ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਮਤਲਬ ਉਹਨਾਂ ਕੋਲ ਨਾ ਤੰਤੀ ਸਾਜ਼ ਸੀ, ਨਾ ਉਹਨਾਂ ਕੋਲ ਤਬਲਾ ਸੀ, ਨਾ ਵਾਜਾ ਸੀ, ਕੁਛ ਨਹੀਂ ਸੀ, ਸਿਰਫ ਖੜਤਾਲਾਂ ਨਾਲ ਇਹਨਾਂ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਮੈਂ ਪੜ੍ਹ ਰਿਹਾ ਸੀ ਜੇਲ੍ਹ ਚਿੱਠੀਆਂ ਭਾਈ ਰਣਧੀਰ ਸਿੰਘ ਜੀ ਦੀਆਂ, ਉਹਨਾਂ ਨੇ ਕੜਾ ਵਜਾ ਵਜਾ ਕੇ ਕੇਵਲ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ। ਆ ਵੇਖੋ, ਤੇ ਕੀਰਤਨ ਤੇ ਅੰਦਰ ਦੀ ਇੱਕ ਦਾਤ ਹੈ ਜਿਸ ਦੇ ਵਿੱਚ ਸੁਰਤ ਰੱਬ ਨਾਲ ਜੁੜ ਜਾਂਦੀ ਹੈ। ਉਸ ਵੇਲੇ ਠੀਕ ਹੈ, ਇੱਕ ਮਰਿਆਦਾ ਹੈ ਰਾਗਾਂ ਦੀ, ਲੇਕਿਨ ਜੇ ਇਹ ਚੀਜ਼ ਨਹੀਂ ਵੀ ਹੈ ਸਾਡੇ ਕੋਲ ਤਾਂ ਅਸੀਂ ਰੱਬ ਦੀ ਕੀਰਤੀ ਕਰਨੀ, ਸਿਫਤ ਸਲਾਹ ਕਰਨੀ ਸ਼ੁਰੂ ਕਰ ਦਈਏ, ਉਹੀ ਅਸਲ ਮਾਇਨੇ ਵਿੱਚ ਕੀਰਤਨ ਹੈ। ਭਾਵਨਾ ਬੜੀ ਜ਼ਰੂਰੀ ਹੈ ਉਹਦੇ ਵਿੱਚ ਕਦੀ ਵੀ ਸੰਗੀਤ ਪ੍ਰਧਾਨ ਨਹੀਂ ਹੋਣਾ ਚਾਹੀਦਾ, ਉਹਦੇ ਚ ਸ਼ਬਦ ਪ੍ਰਧਾਨ ਹੋਣਾ ਚਾਹੀਦਾ ਹੈ। ਬਾਣੀ ਵੀ ਕਹਿੰਦੀ ਹੈ, ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ, ਨਾਨਕ ਕਹੈ ਸੁਨ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਉਧਾਰ ਦਾ ਰਸਤਾ ਹੀ ਮਹਾਰਾਜ ਕਹਿੰਦੇ ਨੇ ਕੀਰਤਨ ਹੈ। As the Guru has taught me, so have I spoken. Says Nanak, listen people, sing the kirtan of the Lord's praise and you shall be saved. ਮਹਾਰਾਜ ਦਇਆ ਕਰਨ ਸਾਧੂ ਸਾਰਿਆਂ ਨੂੰ ਕੀਰਤਨ ਕਰਨਾ ਆ ਜਾਏ। ਬੜੇ ਪਿਆਰੇ ਤਰੀਕੇ ਨਾਲ ਵੀਰ ਜੀ ਆਪਨੇ ਇਹਦਾ ਜਵਾਬ ਦਿੱਤਾ ਹੈ, ਕਿਉਂਕਿ ਜਿਹੜੇ ਬੱਚਿਆਂ ਨੂੰ ਇਹ ਜਿਨ੍ਹਾਂ ਨੇ ਸਵਾਲ ਪੁੱਛਿਆ ਹੋਏਗਾ, ਡਰ ਹੋਏਗਾ ਕਿ ਸਾਡੀ ਆਵਾਜ਼ ਅੱਛੀ ਨਹੀਂ ਹੈ। ਆਵਾਜ਼ ਰੱਬ ਨੇ ਤੇ ਦਿਲ ਦੀ ਸੁਣਨੀ ਹੈ, ਉਸ ਭਾਵਨਾ ਦੀ ਸੁਣਨੀ ਹੈ, ਜਿਸ ਭਾਵਨਾ ਦੇ ਨਾਲ ਤੁਸੀਂ ਪੁਕਾਰਨਾ ਹੈ ਉਸ ਪਰਮਾਤਮਾ ਨੂੰ। ਤੇ ਵੀਰ ਜੀ 6ਵਾਂ ਸਵਾਲ ਸਾਡੇ ਕੋਲ ਜੋ ਅੱਜ ਦਾ ਆਖਰੀ ਸਵਾਲ ਹੈ, ਉਹ ਵੀ ਬਹੁਤ ਇੰਪੋਰਟੈਂਟ ਸਵਾਲ ਹੈ, ਕਿਉਂਕਿ ਮੈਂ ਦੇਖਿਆ ਬਹੁਤ ਸਿੱਖ ਜੋ ਨੇ ਇਸ ਵਿੱਚ ਕਨਫਿਊਜ਼ ਨੇ। ਉਹ ਆਂਦਾ ਹੈ, ਇਟ ਇਜ਼ ਜਨਰਲੀ ਸੈਡ ਦੈਟ ਸਿੱਖਸ ਆਰ offshoots of Hindus, so they are Hindu warriors. How true is that as per Sikh tenets? ਜ਼ਿਆਦਾਤਰ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਸਿੱਖ ਨੇ ਉਹ ਹਿੰਦੂਆਂ ਤੋਂ ਬਣੇ ਨੇ ਤੇ ਉਹ ਹਿੰਦੂਆਂ ਦੀ ਰੱਖਿਆ ਕਰਦੇ ਨੇ, ਹਿੰਦੂਆਂ ਦੀ ਇੱਕ ਲੜਾਕੂ ਐਕਸਟੈਂਸ਼ਨ ਹੈ। ਤੇ ਇਹ ਸਿੱਖ ਰਹਿਤ ਮਰਿਆਦਾ ਜਾਂ ਸਿੱਖ ਗੁਰੂਆਂ ਦੇ ਹਿਸਾਬ ਨਾਲ, ਸਿੱਖ ਰੀਤੀ ਰਿਵਾਜ ਦੇ ਹਿਸਾਬ ਨਾਲ ਇਹ ਕਿੰਨਾ ਕੁ ਸੱਚ ਹੈ? ਕਿਉਂਕਿ ਮੈਂ ਵੀ ਇਹ ਦੇਖਿਆ ਕਿ ਬਹੁਤ ਸਾਰੇ ਬੰਦੇ ਪਿਛਲੇ ਦਿਨਾਂ 'ਚ ਮੈਨੂੰ ਦੁੱਖ ਵੀ ਹੋਇਆ ਹੈ ਕਿ ਮੈਂ ਆਪਣੇ ਸਿੱਖ ਭਰਾਵਾਂ ਨੂੰ ਵੀ ਇਹ ਇਸ ਤਰ੍ਹਾਂ ਦੀ ਚੀਜ਼ਾਂ ਸ਼ੇਅਰ ਕਰਦੇ ਹੋਏ ਸੋਸ਼ਲ ਮੀਡੀਆ ਤੇ ਦੇਖਿਆ ਹੈ। ਤੇ ਸਵਾਲ ਅੱਜ ਆਇਆ ਹੈ, ਬਹੁਤ ਇੰਪੋਰਟੈਂਟ ਸਵਾਲ ਹੈ, ਤੇ ਇਸ ਨੂੰ ਜ਼ਰੂਰ ਲਈਏ ਵੀਰ ਜੀ। ਵੀਰ ਜੀ, ਅਗਰ ਅਸੀਂ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਗੱਲ ਸ਼ੁਰੂ ਕਰੀਏ ਨਾ, ਤੇ ਸਾਡਾ ਇਤਿਹਾਸ ਕਹਿੰਦਾ ਹੈ ਗੁਰੂ ਨਾਨਕ ਸਾਹਿਬ ਜੀ ਜਦੋਂ ਸੁਲਤਾਨਪੁਰ ਵੇਈ ਨਦੀ ਚੋਂ ਬਾਹਰ ਨਿਕਲੇ ਨਾ, ਤੇ ਉਹਨਾਂ ਨੇ ਪਹਿਲਾ ਇੱਕ ਬਚਨ ਕਿਹਾ ਸੀ, ਨਾ ਕੋ ਹਿੰਦੂ ਨਾ ਮੁਸਲਮਾਨ। ਸਾਡੇ ਇਤਿਹਾਸ 'ਚ ਬਕਾਇਦਾ ਇਹ ਬੋਲ ਅੱਜ ਤੱਕ ਦਰਜ ਹਨ। ਔਰ ਇਸ ਬੋਲ ਨੂੰ ਸੁਣ ਕੇ ਉੱਥੇ ਦਾ ਜਿਹੜਾ ਉਸ ਵੇਲੇ ਦਾ ਕਾਜ਼ੀ ਸੀ, ਉਹ ਬੜੇ ਗੁੱਸੇ ਵਿੱਚ ਆ ਗਿਆ ਸੀ, ਤੇ ਸਤਿਗੁਰੂ ਨੂੰ ਨੇ ਕਿਹਾ ਸੀ ਕਿ ਜੇ ਇਹ ਗੱਲ ਹੈ ਮੇਰੇ ਨਾਲ ਮਸੀਤ ਵਿੱਚ ਚਲੋ, ਨਮਾਜ਼ ਪੜ੍ਹੋ। ਸਤਿਗੁਰੂ ਤਿਆਰ ਹੋ ਗਏ ਬਿਲਕੁਲ। ਉਹ ਇੱਕ ਵੱਖਰੀ ਗੱਲ ਹੈ, ਉੱਥੇ ਜਾ ਕੇ ਉਹਨਾਂ ਦੇ ਦਿਲ ਪੜ ਲਏ ਸਤਿਗੁਰੂ ਜੀ ਨੇ। ਇਹ ਦੱਸ ਦਿੱਤਾ ਬਈ ਤੂੰ ਨਮਾਜ਼ ਵੇਲੇ ਨਾ ਤੇਰੀ ਉੱਥੇ ਹਾਜ਼ਰੀ ਸੀ, ਸੁਰਤ ਤੇਰੀ ਵੀ ਨਹੀਂ ਸੀ, ਨਾ ਦੌਲਤ ਖਾਨ ਦੀ ਸੀ ਉੱਥੇ ਸੁਰਤ, ਤੇ ਦੋਨਾਂ ਦੀਆਂ ਅੱਖਾਂ ਉੱਥੇ ਨੀਵੀਆਂ ਹੋ ਗਈਆਂ। ਕਹਿਣ ਤੋਂ ਮਤਲਬ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਸ ਵੇਲੇ ਵੇਈ ਨਦੀ ਚੋਂ ਬਾਹਰ ਆਏ, ਇਹਨੂੰ ਹੁਣ ਸਾਡੇ ਕਈ ਵਿਦਵਾਨ ਦਾ ਡੇ ਆਫ ਇਨਲਾਈਟਮੈਂਟ ਵੀ ਆਖ ਦਿੰਦੇ ਨੇ। ਚਲੋ, ਹਾਲਾਂਕਿ ਅਸੀਂ ਇੱਕ ਸਿੱਖ ਇਹ ਵਿਸ਼ਵਾਸ ਰੱਖਦਾ ਹੈ ਕਿ ਗੁਰੂ ਨਾਨਕ ਸਾਹਿਬ ਧੁਰੋਂ ਪਠਾਏ ਹੋਏ ਗੁਰੂ ਸਨ, ਪਹਿਲੇ ਦਿਨ ਤੋਂ, ਜਨਮ ਤੋਂ ਹੀ ਸਤਿਗੁਰੂ ਜੀ ਗੁਰੂ ਸਨ, ਠੀਕ ਹੈ ਨਾ। ਤੇ ਗੁਰੂ ਨਾਨਕ ਸਾਹਿਬ ਜੀ ਨੇ ਅਗਰ ਇਹ ਬਚਨ ਆ ਕੇ ਕਹੇ, ਨਾ ਕੋ ਹਿੰਦੂ ਨਾ ਮੁਸਲਮਾਨ, ਤੇ ਸਾਡੇ ਉੱਤੇ ਬਿਲਕੁਲ ਢੁਕਵੀਂ ਗੱਲ ਲਾਗੂ ਹੁੰਦੀ ਹੈ। ਮੈਂ ਇਹਨੂੰ ਕਿਸੇ ਮਜ਼ਹਬੀ ਰੂਪ ਵਿੱਚ ਨਹੀਂ ਵਿਚਾਰਾਂਗਾ, ਕੇਵਲ ਗੁਰਬਾਣੀ ਨੇ ਜੋ ਕਿਹਾ। ਇਸ ਤੋਂ ਪਹਿਲਾਂ ਅਗਰ ਦੇਖਾਂਗੇ, ਭਗਤ ਕਬੀਰ ਜੀ ਵੀ ਕਹਿ ਚੁੱਕੇ ਸਨ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪਰਾਨ। ਜਿਹੜਾ ਇਕਮਿਕ ਹੋ ਜਾਂਦਾ ਹੈ ਰੱਬ ਨਾਲ, ਜਾਂ ਰੱਬ ਦੇ ਰਸਤੇ ਤੇ ਇਕਮਿਕ ਹੋਣ ਵਾਸਤੇ ਜਿਹੜਾ ਨਿਕਲ ਪੈਂਦਾ ਹੈ, ਉਹ ਮਜ਼ਹਬੀ ਸੋਚ ਤੋਂ ਪਾਸੇ ਹੋ ਜਾਂਦਾ ਹੈ। ਉਹ ਕਿਸੇ ਫਿਰਕੇ ਨਾਲ ਜੋੜ ਕੇ ਆਪਣੇ ਆਪ ਨੂੰ ਨਹੀਂ ਦੇਖਦਾ।
दूसरी गल मैं इत्थे ये भी बेनती कर देवां कि सिख शब्द भी ना असीं समझना है। आप जी ने शायद पिछले सैशनस विच ही किसी वेले सवाल पूछा सी सिख कौन है, ते जी। उत्थे ਇਹਦਾ अर्थ मैं शायद यही कीता सी कि सिख डिसाइपल ਦਾ नाम है, एक उस शख्सियत ਦਾ नाम है जो गुरु ਦੇ ਦੱਸੇ ਹੋਏ ਮਾਰਗ ਦੇ ਉੱਤੇ ਜਿਹਨੇ ਤੁਰਨਾ ਸ਼ੁਰੂ ਕਰ ਦਿੱਤਾ, ਉਹਨੂੰ ਅਸੀਂ ਸਿੱਖ ਆਖਦੇ ਹਾਂ। ਸਾਡੀ ਪਰਿਭਾਸ਼ਾ ਵੀ ਸਿੱਖ ਰਹਿਤ ਮਰਿਆਦਾ ਤੇ ਬਿਲਕੁਲ ਵਿਲੱਖਣ ਦਿੱਤੀ ਹੋਈ ਹੈ। ਸਾਰੀ ਪਰਿਭਾਸ਼ਾ ਦੇ ਕੇ ਅਖੀਰ ਵਿੱਚ ਕਿਹਾ ਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਬੜਾ ਸਪਸ਼ਟ ਆਖ ਦਿੱਤਾ। ਚਲੋ ਰਹੀ ਗੱਲ ਕਿ ਉਹ ਆਖਦੇ ਨੇ ਬਈ ਆਏ ਹਿੰਦੂਆਂ ਵਿੱਚੋਂ ਹੋਏ ਹਨ, ਠੀਕ ਹੈ, ਇਹ ਗੱਲ ਅਸੀਂ ਮੰਨਾਂਗੇ, ਲੇਕਿਨ ਹੁਣ ਜਿਹੜੀ ਚੀਜ਼ ਇੱਕ ਵਾਰ ਕਿਸੇ ਚੀਜ਼ ਤੋਂ ਨਿਕਲ ਜਾਏ ਉਸ ਰੂਪ 'ਚ ਵਾਪਸ ਪੈ ਨਹੀਂ ਸਕਦੀ। ਵਿਦਵਾਨ ਇੱਕ ਬੜੀ ਸੋਹਣੀ ਉਦਾਹਰਣ ਦਿੰਦੇ, ਕਹਿੰਦੇ ਅਸੀਂ ਜਿਸ ਵੇਲੇ ਦੁੱਧ ਨੂੰ ਕਾੜ ਕੇ ਉਹਨੂੰ ਜਾਗ ਲਾ ਦਿੰਦੇ ਹਾਂ, ਦਹੀਂ ਬਣ ਜਾਂਦਾ ਹੈ। ਦਹੀਂ 'ਚੋਂ ਅਸੀਂ ਮੱਖਣ ਕੱਢ ਲੈਂਦੇ ਹਾਂ ਤੇ ਮੱਖਣ ਨੂੰ ਫਿਰ ਅਸੀਂ ਤਾਲ ਲਵਾ ਕੇ ਤੇ ਉਹਦੇ 'ਚੋਂ ਘਿਓ ਕੱਢ ਲੈਂਦੇ ਹਾਂ। ਅਲਟੀਮੇਟਲੀ ਘਿਓ ਨਿਕਲਿਆ ਤੇ ਦੁੱਧ ਦੇ ਵਿੱਚੋਂ ਹੀ ਸੀ। ਹੁਣ ਕੋਈ ਉਹਨੂੰ ਦੁੱਧ ਵਿੱਚ ਰਲਾ ਕੇ ਦਿਖਾ ਦੇਵੇ, ਹੁਣ ਤੁਸੀਂ ਇੱਕ ਘਿਓ ਦਾ ਭਾਂਡਾ ਲੈ ਲਓ, ਉਹਨੂੰ ਦੁੱਧ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰੋ, ਉਹ ਕਦੀ ਦੁੱਧ ਵਿੱਚ ਨਹੀਂ ਰਲੇਗਾ, ਉਹ ਦੁੱਧ ਨਹੀਂ ਬਣੇਗਾ ਕਦੀ ਵੀ ਦੁਬਾਰਾ, ਉਹ ਘਿਓ ਦੁੱਧ ਦੇ ਉੱਤੇ ਉੱਤੇ ਜ਼ਰੂਰ ਤੈਰੇਗਾ। ਤੇ ਠੀਕ ਹੈ, ਭਾਵੇਂ ओरिजिन ਉੱਥੋਂ ਹੀ ਹੋਇਆ ਹੈ, ਲੇਕਿਨ ਅਸੀਂ ਇਹ ਗੱਲ ਮੰਨਦੇ ਹਾਂ ਕਿ ਸਿੱਖ ਬਿਲਕੁਲ ਵਿਲੱਖਣ ਕੌਮ ਹੈ। ਔਰ ਦੂਸਰੀ ਗੱਲ, ਸਿੱਖ ਕਿਸੇ ਇੱਕ ਮਜ਼ਹਬ ਦਾ ਰਾਖਾ ਨਹੀਂ, ਸਿੱਖ ਸਾਰਿਆਂ ਦਾ ਰਾਖਾ ਹੈ। ਸਿੱਖ ਮਜ਼ਲੂਮ ਦਾ ਰਾਖਾ ਹੈ, ਮਜ਼ਹਬ ਦਾ ਰਾਖਾ ਨਹੀਂ। ਇੱਕ ਵੱਖਰੀ ਗੱਲ ਹੈ ਕਿ ਇੱਕ ਸਮਾਂ ਐਸਾ ਸੀ ਕਿ ਜਿਹੜੇ ਮੁਗਲ ਸਨ ਉਹ ਜ਼ੁਲਮ ਕਰ ਰਹੇ ਸਨ ਤੇ ਜਿਹੜਾ ਮਜ਼ਲੂਮ ਸੀ ਉਹ ਹਿੰਦੂ ਸੀ। ਇਹ ਗੱਲ ਅਗਰ ਵਿਪਰੀਤ ਹੁੰਦੀ, ਅਗਰ ਹਿੰਦੂ ਜ਼ਾਲਮ ਹੁੰਦਾ ਤੇ ਮੁਗਲ ਮਜ਼ਲੂਮ ਹੁੰਦਾ, ਤੇ ਗੁਰੂ ਸਾਹਿਬ ਜੀ ਨੇ ਮੁਗਲਾਂ ਦੀ ਬਾਹ ਫੜ ਕੇ ਹੀ ਕਹਿਣਾ ਸੀ, ਬਾਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀ ਜੈ ਬਾਹ ਨਾ ਛੋੜੀਏ। ਸਿੱਖ ਬੇਸਿਕਲੀ ਕਿਸੇ ਇੱਕ ਫਿਰਕੇ ਦਾ ਰਾਖਾ ਨਹੀਂ, ਸਿੱਖ ਮਜ਼ਲੂਮ ਦਾ ਰਾਖਾ ਹੈ ਤੇ ਵੈਰੀਆਂ ਦੇ ਸਿਰ ਭੰਨਣ ਵਾਲਾ ਹੈ। ਸਿੱਖ ਨੂੰ ਇਹ ਤਰੀਕਾ ਦਿੱਤਾ। ਦੂਸਰੀ ਗੱਲ, ਜਿੱਥੋਂ ਅਸੀਂ ਆਏ ਹਾਂ ਠੀਕ ਹੈ, ਨਿਕਲੇ ਭਾਵੇਂ ਹਾਂ, ਲੇਕਿਨ ਹੁਣ ਉਹ ਰੂਪ ਵਿੱਚ ਅਸੀਂ ਵਾਪਸ ਸਮਾ ਹੀ ਨਹੀਂ ਸਕਦੇ ਕਦੀ। ਘਿਓ ਤੱਤ ਨਿਕਲ ਗਿਆ ਨਾ ਬਾਹਰ, ਹੁਣ ਤੱਤ ਨੂੰ ਵਾਪਸ ਤੁਸੀਂ ਦੁੱਧ ਦੇ ਵਿੱਚ ਕਿਵੇਂ ਜਾ ਕੇ ਰਲਾਓਗੇ? ਤੇ ਇਹ ਬੜਾ ਵੱਡਾ ਇੱਕ ਭੁਲੇਖਾ ਹੈ, ਜਾਂ ਮੈਂ ਇਹ ਵੀ ਬੇਨਤੀ ਕਰਾਂ ਭੁਲੇਖਾ ਪਾਇਆ ਜਾਂਦਾ ਜਾਣ ਬੁੱਝ ਕੇ, ਤਾਂ ਕਿ ਉਹ ਇੱਕ ਹਿੱਸਾ ਹੀ ਦੱਸਿਆ ਜਾਵੇ ਕਿਸੇ ਇੱਕ ਕੌਮ ਦਾ ਜਾਂ ਇੱਕ ਮਜ਼ਹਬ ਦਾ। ਮੇਰਾ ਮੰਨਣਾ ਇਹ ਹੈ ਕਿ ਵਿਲੱਖਣਤਾ ਹੈ ਸਾਡੇ ਵਿੱਚ। ਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਜੋ ਸੁਸਾਇਟੀ ਦੇ ਹਾਲਾਤ ਸਨ ਉਹਨਾਂ ਤੋਂ ਉੱਪਰ ਚੱਕ ਦਿੱਤਾ ਚੀਜ਼ਾਂ ਨੂੰ, ਹਰ ਤਰ੍ਹਾਂ ਦਾ ਵਖਰੇਵਾਂ, ਹਰ ਤਰ੍ਹਾਂ ਦਾ ਕਿੰਤੂ ਪਰੰਤੂ ਨੂੰ ਖਤਮ ਕਰਕੇ ਉਹ ਸਿੱਖ ਬੇਸਿਕਲੀ ਉਸ ਬੰਦੇ, ਕਿਉਂਕਿ ਅਸੀਂ ਵੀ ਚਲੋ ਸਿੱਖ ਨੂੰ ਕਈ ਵਾਰ ਕਹਿ ਦਿੰਦੇ ਹਾਂ ਸਿੱਖ ਧਰਮ ਹੈ, ਮੈਂ ਮੰਨਦਾ ਇਹ ਉਹ ਰਸਤਾ ਹੈ ਜੋ ਅਕਾਲ ਪੁਰਖ ਨੂੰ ਮਿਲਵਾਉਣ ਵਾਲਾ ਰਸਤਾ ਹੈ, ਜੋ ਕਿਸੇ ਵੀ ਤਰੀਕੇ ਦੇ ਕਾਸਟ, ਕਲਰ, ਕ੍ਰੀਡ, ਰਿਲੀਜਨ ਦੇ ਵਖਰੇਵੇਂ ਨੂੰ ਨਹੀਂ ਮੰਨਦਾ, ਇੱਕ ਹਿਊਮੈਨਿਟੀ ਵਿੱਚ ਵਿਸ਼ਵਾਸ ਕਰਦਾ ਹੈ, ਅਕਾਲ ਪੁਰਖ ਦੀ ਪੂਜਾ ਕਰਦਾ ਹੈ, ਉਹ ਕਿਸੇ ਵੀ ਤਰ੍ਹਾਂ ਦੇ ਕਰਮ ਕਾਂਡ ਵਿੱਚ ਨਹੀਂ ਫਸਦਾ। ਮੈਨੂੰ ਲੱਗਦਾ ਬਸ ਉਸ ਨੂੰ ਕਹਿ ਦਿੰਦਾ ਗਿਆ ਕਿ ਇਹ ਸਿੱਖ ਹੈ, ਕਿਉਂਕਿ ਗੁਰੂ ਦਾ ਰਸਤਾ ਹੀ ਆ ਸੀ ਕਿ ਤੁਸੀਂ ਸਭ ਛੱਡੋ, ਲੜਾਈਆਂ ਝਗੜੇ ਛੱਡੋ, ਆਪਸ ਵਿੱਚ ਜਿਹੜੇ ਵੰਡੀਆਂ ਪਈਆਂ ਨੇ ਜਾਤਾਂ ਦੇ ਨਾਮ ਤੇ, ਧਰਮ ਦੇ ਨਾਮ ਤੇ, ਰੰਗ ਦੇ ਨਾਮ ਤੇ, ਦੇਸ਼ ਦੇ ਨਾਮ ਤੇ, ਉਹਨਾਂ ਨੇ ਹਰ ਤਰ੍ਹਾਂ ਦੀ ਉਸ ਚੀਜ਼ ਨੂੰ ਖਤਮ ਕਰਕੇ ਤੇ ਇੱਕੋ ਤਰ੍ਹਾਂ ਦੇ ਸਾਨੂੰ ਸਿੱਧੀ ਗੱਲ ਜਾਣੂ ਜੋਤ ਨਾ ਪੁੱਛੋ ਜਾਤੀ, ਜਾਤ ਨੂੰ ਵੀ ਖਤਮ ਕਰਕੇ ਮਹਾਰਾਜ ਨੇ ਖਤਮ ਕਰਕੇ ਸਾਰਿਆਂ ਨੂੰ ਜਦ ਅਕਾਲ ਪੁਰਖ ਨਾਲ ਜੋੜ ਦਿੱਤਾ। ਤੇ ਜਿਹੜਾ ਅਕਾਲ ਪੁਰਖ ਨੂੰ ਪੂਜੇਗਾ, ਜਿਹੜਾ ਇਹਨਾਂ ਸਭ ਚੀਜ਼ਾਂ ਵਿੱਚ ਵਿਸ਼ਵਾਸ ਨਹੀਂ ਕਰੇਗਾ, ਇੱਕ ਤਰੀਕੇ ਨਾਲ ਸਿੱਖ ਹੀ ਹੈ। ਔਰ ਗੁਰੂ ਨਾਨਕ ਸਾਹਿਬ ਦੀ ਫਿਰ ਟੀਚਿੰਗਸ ਨੂੰ ਸਮਝ ਆਉਣ ਲੱਗ ਜਾਣਗੀਆਂ ਕਿ ਗੁਰੂ ਸਾਹਿਬ ਨੇ ਹਰ ਜਗ੍ਹਾ ਇਕੁਐਲਿਟੀ ਦੀ ਜਿਹੜੀ ਗੱਲ ਕੀਤੀ, ਠੀਕ ਹੈ। ਕੁਝ ਲੋਕ ਸਾਡੇ ਸ਼ਸਤਰ ਦੇਖ ਕੇ ਵੀ ਬੋਲਦੇ ਨੇ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਸੰਤ ਸਿਪਾਹੀ ਦੀ ਮਰਿਆਦਾ ਦਿੱਤੀ ਹੈ ਉਸੇ ਕਰਕੇ ਦਿੱਤੀ ਹੈ ਕਿ ਸੰਤ ਬਣਾਇਆ ਕਿ ਅਸੀਂ ਕਿਸੇ ਦਾ ਬੁਰਾ ਨਹੀਂ ਕਰਨਾ, ਅਸੀਂ ਆਪਣੇ ਜਿਹੜੇ ਇਹ ਟੈਨੈਂਟਸ ਨੇ ਕਿ ਅਸੀਂ ਇਕੁਐਲਿਟੀ ਦੀ ਗੱਲ ਕਰਨੀ ਹੈ, ਹਿਊਮੈਨਿਟੀ ਦੀ ਗੱਲ ਕਰਨੀ ਹੈ, ਉਸ ਦੇ ਲਈ ਫਿਰ ਜਦ ਜ਼ੋਰ ਜ਼ਬਰ ਲਗਾਇਆ ਜਾਂਦਾ ਹੈ ਤੇ ਉਸ ਨੂੰ ਰੋਕਣ ਲਈ ਵੀ ਤੁਹਾਨੂੰ ਫਿਰ ਸ਼ਸਤਰ ਦਿੱਤੇ, ਕਿਸੇ ਤੇ ਜ਼ੁਲਮ ਹੋ ਰਿਹਾ ਉਹਦੇ ਲਈ ਵੀ ਸ਼ਸਤਰ ਦਿੱਤੇ। ਮਹਾਰਾਜ ਨੇ ਬੜਾ ਬੈਲੈਂਸ ਜੀਵਨ ਸਾਨੂੰ ਦੇਣ ਦੀ ਕੋਸ਼ਿਸ਼ ਕੀਤੀ। ਇਹਨੂੰ ਥੋੜਾ ਜਿਹਾ ਜਿਹੜੇ ਵੀਰ ਨੇ ਮੈਨੂੰ ਇਹ ਸਵਾਲ ਭੇਜਿਆ ਹੈ, ਜਿਹੜੇ ਸੋਸ਼ਲ ਨੈਟ ਤੇ ਲਿਖ ਦਿੰਦੇ ਨੇ ਕਿ ਅਸੀਂ ਹਿੰਦੂਆਂ, ਕਈ ਸਿੱਖ ਵੀਰ ਲਿਖ ਦਿੰਦੇ ਨੇ, ਮੇਰੀ ਬੇਨਤੀ ਉਹਨਾਂ ਦੇ ਅੱਗੇ ਤੁਸੀਂ ਆਪਣਾ ਇਤਿਹਾਸ ਪੜ੍ਹੋ। ਇੱਕ ਉਹਨਾਂ ਨੂੰ ਇੱਕ ਬੁੱਕ ਉਹਨਾਂ ਨੂੰ ਰੈਫਰ ਕਰ ਦੇਣਾ, ਭਾਈ ਕਾਨ ਸਿੰਘ ਨਾਭਾ ਦੀ ਬੁੱਕ ਪੜ੍ਹ ਲੈਣ, ਹਮ ਹਿੰਦੂ ਨਹੀਂ। ਸਿਰਫ ਉਹਨਾਂ ਨੂੰ ਇਹ ਬੁੱਕ ਪੜ੍ਹਨ ਦੀ ਲੋੜ ਹੈ। ਆਪ ਜੀ ਨੇ ਜ਼ਰੂਰ ਪੜ੍ਹੀ ਹੋਏਗੀ, ਇੱਕ ਵਾਰ ਅਗਰ ਉਹ ਬੁੱਕ ਪੜ੍ਹ ਲੈਣਗੇ ਉਹਨਾਂ ਨੂੰ ਸਮਝ ਆ ਜਾਏਗੀ। ਤੇ ਹਾਲਾਂਕਿ ਚਲੋ ਇਹ ਸਵਾਲ ਦਾ ਮੈਂ ਸੰਖੇਪ ਜਿਹਾ ਹੀ ਉੱਤਰ ਦਿੱਤਾ ਸੀ, ਇੱਕ ਗੱਲ ਮੈਂ ਜ਼ਰੂਰ ਇੱਥੇ ਐਡ ਕਰ ਦੇਵਾਂਗਾ। ਮੈਂ ਕਲਾਸ ਲੈ ਰਿਹਾ ਸੀ ਇੱਕ ਵਾਰ ਇੱਥੇ ਗੁਰਦੁਆਰਾ ਸਾਹਿਬ ਹੀ, ਤੇ ਕੁਝ ਸਕੂਲ ਦੇ ਬੱਚੇ ਆ ਗਏ ਇੱਥੇ ਚਲਦੀ ਕਲਾਸ ਦੇ ਵਿੱਚ, ਤੇ ਉਹ ਆ ਕੇ ਨਾ ਸੰਥਿਆ ਕਲਾਸ ਨੂੰ ਬੜੇ ਧਿਆਨ ਨਾਲ ਵੇਖਣ ਲੱਗ ਪਏ, ਆਬਜ਼ਰਵ ਕਰਨ ਲੱਗ ਪਏ ਵੀ ਇੱਥੇ ਹੋ ਕੀ ਰਿਹਾ ਹੈ। ਤੇ ਉਹਨਾਂ ਨੇ ਆ ਕੇ ਸਵਾਲ ਪੁੱਛਿਆ ਵੀ ਸਿੱਖ ਕੌਣ ਹੈ। ਉੱਥੇ ਮੈਂ ਉਹਨਾਂ ਨੂੰ ਬਸ ਇਹੀ ਬੇਨਤੀ ਕੀਤੀ ਸੀ, ਮੈਂ ਕਿਹਾ ਜਿਵੇਂ ਦੇਖੋ ਸਕੂਲ ਦੇ ਵਿੱਚ ਸਟੂਡੈਂਟਸ ਜਾਂਦੇ ਹਨ ਪੜ੍ਹਨ ਵਾਸਤੇ,
ਉਹਦਾ ਨਾਮ ਸਟੂਡੈਂਟ ਹੈ, ਵਿਦਿਆਰਥੀ ਹੈ ਸਿਰਫ। ਉਹ ਹਿੰਦੂ ਵੀ ਹੋ ਸਕਦਾ ਹੈ, ਮੁਸਲਮਾਨ ਵੀ ਹੋ ਸਕਦਾ ਹੈ। अब देखो ना, एक ਸਕੂਲ ਵਿੱਚ ਕਿੰਨੇ ਰਿਲੀਜਨ ਦੇ ਆਉਂਦੇ ਹਨ, ਲੇਕਿਨ ਉਹਨੂੰ ਯੂਨੀਫਾਰਮ ਇੱਕੋ ਜਿਹੀ ਪਾਣੀ ਪੈਂਦੀ ਹੈ। ਉਹ ਇਹ ਨਹੀਂ ਕਿ ਵੀ ਮੈਂ ਆਪਣੀ ਘਰੋਂ ਵੱਖਰੀ ਪੋਸ਼ਾਕ ਪਾ ਕੇ ਆਵਾਂਗਾ। ਇੱਕੋ ਹੀ ਯੂਨੀਫਾਰਮ, ਇੱਕੋ ਹੀ ਕੋਰਸ, ਇੱਕੋ ਹੀ ਕਲਾਸ, ਇੱਕੋ ਹੀ ਟੀਚਰ। ਠੀਕ ਹੈ ਜੀ। ਤੇ ਇਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਨੇ ਬੇਸਿਕਲੀ ਜੋ ਸਿੱਖੀ ਦੀ ਗੱਲ ਹੈ ਨਾ, ਕਿਉਂਕਿ ਗੱਲ ਗੁਰਦੁਆਰੇ ਤੋਂ ਵੀ ਸ਼ੁਰੂ ਹੋਈ ਸੀ, ਤੇ ਸਤ ਸੰਗਤ ਸਤਗੁਰ ਚਟਸਾਲ ਹੈ। ਇਹ ਤੇ ਪਾਠਸ਼ਾਲਾ ਹੈ, ਇੱਕ ਸਕੂਲ ਹੈ ਸਾਡਾ। ਤੇ ਇੱਥੇ ਕੋਈ ਵੀ ਆ ਜਾਵੇ ਅਗਰ ਪੜ੍ਹਨ ਵਾਸਤੇ। ਆਪ ਵੇਖੋ, ਭਾਈ ਮੰਝ ਜੀ ਆਏ ਜਿਸ ਵੇਲੇ, ਪਿੱਛੇ ਜੇ ਅਸੀਂ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਹਾੜਾ ਮਨਾਇਆ, ਤੇ ਭਾਈ ਮੰਝ ਜੀ ਅਗਰ ਆਏ ਤੇ ਗੁਰੂ ਸਾਹਿਬ ਜੀ ਨੇ ਇੱਕੋ ਹੀ ਗੱਲ ਕਹੀ ਸੀ, ਸਿੱਖੀ ਤੇ ਸਿੱਖੀ ਨਹੀਂ ਟਿਕ ਸਕਦੀ। ਤੇ ਉਹਨਾਂ ਨੇ ਜੋ ਪਿਛਲਾ ਸਭ ਕੁਝ ਸੀ, ਸੰਸਕਾਰ ਸਨ, ਕਰਮ ਕਾਂਡ ਸਨ, ਉਹ ਸਾਰੇ ਤਿਆਗ ਦਿੱਤੇ। ਸਖੀ ਸਰਵਰ ਦੇ ਪੁਜਾਰੀ ਸਨ। ਤੇ ਉਹਨਾਂ ਨੂੰ ਸਤਿਗੁਰੂ ਨੇ ਕਿਹਾ ਵੀ ਤੁਸੀਂ ਬਸ ਇਹ ਵੇ ਆਫ ਲਾਈਫ, ਜੀਵਨ ਜਾਚ ਨੂੰ ਫੋਲੋ ਕਰਨਾ, ਬਸ ਸਿੰਪਲ ਜਿਹਾ ਤਰੀਕਾ ਹੈ। ਬਲਕਿ ਇੱਥੋਂ ਤੱਕ ਸਮਝ ਲਵੋ, ਹਰ ਜੰਮਦਾ ਬੱਚਾ ਬਚਪਨ ਤੋਂ ਸਿੱਖ ਹੈ। ਜੇ ਉਹਦੇ ਕੇਸ ਅਗਰ ਤੁਸੀਂ ਨਹੀਂ ਕਤਲ ਕਰਾਓਗੇ, ਜੇ ਉਹਨੂੰ ਇਸੇ ਤਰ੍ਹਾਂ ਨੈਚੁਰਲ ਰਹਿਣ ਦਿਓਗੇ, ਉਹਨੇ ਬਣਨਾ ਹੀ ਸਿੱਖ ਹੈ। ਤੇ ਇਹ ਤੇ ਇੱਕ ਵੱਖਰੀ ਗੱਲ ਹੈ ਕਿ ਤੁਸੀਂ ਹੁਣ ਜਿਹੜੇ ਲੋਕ ਇਹਦੇ ਕੁਦਰਤ ਦੀ ਦਿੱਤੀਆਂ ਹੋਈਆਂ ਨਿਸ਼ਾਨੀਆਂ ਨੂੰ ਖੰਡਿਤ ਕਰ ਦਿੰਦੇ ਨੇ, ਉਹਦੇ ਨਾਮ ਥੱਲੇ ਫਿਰ ਆਪਣਾ ਵੱਖਰਾ ਮਜ਼ਹਬ ਚਲਾ ਦੇਣ, ਐਸਾ ਨਹੀਂ। ਸਿੱਖ ਬੇਸਿਕਲੀ ਜਿਵੇਂ ਆਪ ਜੀ ਨੇ ਪੁੱਛਿਆ ਉਹੀ ਹੈ ਜੋ ਗੁਰੂ ਦੀ ਸਿੱਖਿਆ ਦੇ ਅਨੁਸਾਰ ਤੁਰੇ, ਔਰ ਨਿਕਲਿਆ ਭਾਵੇਂ ਜਿੱਥੋਂ ਹੈ ਕੋਈ ਗੱਲ ਨਹੀਂ, ਠੀਕ ਹੈ ਨਾ। ਲੇਕਿਨ ਉਹਦੇ ਵਿੱਚ ਉਸ ਰੂਪ 'ਚ ਸਿੱਖ ਦੁਬਾਰਾ ਕਦੀ ਰਲ ਨਹੀਂ ਸਕਦਾ। ਹਾਂ, ਸੇਵਾ ਕਰੇਗਾ ਉਹਨਾਂ ਦੀ, ਉਹ ਮਜ਼ਲੂਮ ਦੀ ਰੱਖਿਆ ਕਰੇਗਾ, ਹਰ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਸਦਭਾਵਨਾ ਦੇ ਨਾਲ ਸਿੱਖ ਖਲੋਤਾ ਹੋਇਆ ਹੈ, ਲੇਕਿਨ ਰਲੇਗਾ ਨਹੀਂ ਸਿੱਖ ਕਿਸੇ ਦੇ ਨਾਲ। ਇਹ ਸਾਡੀ ਵਿਲੱਖਣ ਪਛਾਣ ਹੈ। ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ। ਆਪ ਜੀ ਹਰ ਵਾਰ ਸਮਾਂ ਦਿੰਦੇ ਹੋ ਤੇ ਬੜਾ ਆਨੰਦ ਬਣਦਾ ਹੈ, ਕਾਫੀ ਕੁਝ ਸਿੱਖਣ ਨੂੰ ਆਪ ਜੀ ਤੋਂ ਮਿਲਦਾ ਹੈ। ਅੱਜ ਦਾ ਸੈਸ਼ਨ ਵੀ ਬਹੁਤ ਜਾਣਕਾਰੀ ਭਰਪੂਰ ਸੀ, ਤੇ ਮੈਨੂੰ ਉਮੀਦ ਹੈ ਜਿਨ੍ਹਾਂ ਦੇ ਸਵਾਲ ਆਏ ਨੇ ਉਹਨਾਂ ਨੂੰ ਕਾਫੀ ਲਾਹਾ ਮਿਲਿਆ ਹੋਏਗਾ, ਜਵਾਬ ਮਿਲੇ ਹੋਣਗੇ ਆਪਣੇ। ਤੇ ਆਪ ਜੀ ਅੱਗੇ ਬੇਨਤੀ ਹੈ ਇਸ ਤਰ੍ਹਾਂ ਹੀ ਕਿਰਪਾ ਬਣਾਈ ਰੱਖਣਾ, ਅਸੀਂ ਇਹ ਸੈਸ਼ਨ ਰੈਗੂਲਰ ਚਲਾ ਸਕੀਏ। ਗੁਰੂ ਸਾਹਿਬ ਕਿਰਪਾ ਕਰਨ, ਗੁਰੂ ਸਾਹਿਬ ਦਇਆ ਕਰਨ ਜੀ। ਸੰਗਤ ਜੀ ਇੰਨੀ ਕੁ ਸੇਵਾ ਆਪ ਜੀ ਪਰਿਵਾਰ ਕਰਨੀ ਜੀ, ਅੱਖਰ ਵਾਲਾ ਘਾਟਾ ਭੁੱਲ ਚੁੱਕ ਦੀ क्षमा ਜੀ, ਦਇਆ ਕਰਨੀ, ਅਰਦਾਸ ਬੇਨਤੀਆਂ ਕਰਨੀਆਂ, ਸੇਵਾ ਚਲਦੀ ਰਹੇ, ਮਹਾਰਾਜ ਦਇਆ ਕਰੇ। ਇਸ ਤਰ੍ਹਾਂ ਹੀ ਸੰਗਤ ਜੀ ਆਪ ਜੀ ਅਸੀਸ ਬਖਸ਼ਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।